ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 16 ਜਨਵਰੀ ਹੈ, ਦਿਨ ਐਤਵਾਰ ਹੈ। 3 ਮਾਹ ਗਿਆ ਤੇ ਅੱਜ ਦੇ ਦਿਨ ਦੀਆਂ ਖਾਸ ਤੇ ਵੱਡੀਆਂ ਖਬਰਾਂ ਤੁਹਾਨੂੰ ਪਹਿਲਾਂ ਦੱਸ ਦਿੰਦੇ ਹਾਂ। ਕੋਰੋਨਾ ਦੇ ਵੱਧ ਰਹੇ ਕੇਸਾਂ ਕਰਕੇ ਚੋਣ ਕਮਿਸ਼ਨ ਨੇ ਪੰਜਾਬ ਦੇ ਵਿੱਚ ਰੈਲੀਆਂ ਅਤੇ ਰੋਡ ਸ਼ੋਅਸ ਦੇ ਉੱਤੇ ਪਾਬੰਦੀ 22 ਜਨਵਰੀ ਤੱਕ ਵਧਾ ਦਿੱਤੀ ਹੈ। ਹਾਲਾਂਕਿ ਇੰਡੋਰ ਇਕੱਠ ਕੀਤੇ ਜਾ ਸਕਦੇ ਨੇ ਸਿਆਸੀ ਲੀਡਰਾਂ ਦੇ ਵੱਲੋਂ। ਹਾਲ ਦੇ ਵਿੱਚ 50% ਦੀ ਸਮਰੱਥਾ ਜਿਹੜੀ ਹੈ ਉਹਦੇ ਨਾਲ ਇਕੱਠ ਕੀਤੇ ਜਾ ਸਕਦੇ ਨੇ ਤੇ 300 ਲੋਕਾਂ ਤੋਂ ਵੱਧ ਇਕੱਠ ਨਹੀਂ ਕੀਤਾ ਜਾ ਸਕਦਾ। ਸੀਤ ਹਵਾਵਾਂ ਕਰਕੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਠੰਡ ਹੈ ਜਿਹੜੀ ਉਹ ਲਗਾਤਾਰ ਜਾਰੀ ਹੈ। ਸੀਤ ਲਹਿਰ ਲਗਾਤਾਰ ਜਾਰੀ ਹੈ। ਸਾਰੇ ਠੰਡ ਤੋਂ ਬਚ ਕੇ ਰਹੋ, ਆਪਣਾ ਧਿਆਨ ਰੱਖੋ। ਕਾਂਗਰਸ ਨੇ ਕੱਲ ਪੰਜਾਬ ਦੀਆਂ 86 ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਕਈਆਂ ਦੀਆਂ ਟਿਕਟਾਂ ਕੱਟੀਆਂ ਗਈਆਂ ਨੇ, ਕਈਆਂ ਨੂੰ ਮੌਕਾ ਨਵਾਂ ਵੀ ਮਿਲਿਆ ਹੈ। ਸਿੱਧੂ ਮੂਸੇਵਾਲਾ, ਮਾਲਵਿਕਾ ਸੂਦ, ਮੋਹਿਤ ਮਹਿੰਦਰਾ ਤੇ ਸੰਦੀਪ ਜਾਖੜ ਸਮੇਤ 16 ਨਵੇਂ ਚਿਹਰਿਆਂ ਨੂੰ ਟਿਕਟ ਦਿੱਤੀ ਗਈ ਹੈ ਤੇ ਟਿਕਟਾਂ ਦੀ ਵੰਡ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਹੱਥ ਉੱਪਰ ਰਿਹਾ ਜਾਪਦਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁਨੀਲ ਜਾਖੜ ਵੀ ਆਪਣੇ ਚਹੇਤਿਆਂ ਨੂੰ ਟਿਕਟਾਂ ਦਿਵਾਉਣ ਦੇ ਵਿੱਚ ਕਾਮਯਾਬ ਰਹੇ ਨੇ। ਹਾਲਾਂਕਿ 4 ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਵੀ ਗਈਆਂ ਨੇ। ਅਜੈਬ ਸਿੰਘ ਭੱਟੀ, ਨੱਥੂ ਰਾਮ, ਬਲਵਿੰਦਰ ਸਿੰਘ ਲਾਡੀ ਤੇ ਹਰਜੋਤ ਕਮਲ, ਇਹਨਾਂ ਦੀ ਟਿਕਟ ਕੱਟੀ ਗਈ ਹੈ ਤੇ ਹਰਜੋਤ ਦਾ ਕਮਲ ਤਾਂ ਹੁਣ ਬੀਜੇਪੀ ਦੇ ਵਿੱਚ ਖਿੜ ਗਿਆ ਹੈ। ਕੱਲ ਜੋ ਟਿਕਟ ਨਹੀਂ ਮਿਲੀ ਤਾਂ ਨਾਲ ਦੀ ਨਾਲ ਹਰਜੋਤ ਕਮਲ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ। ਸਿੰਘੂ ਬਾਰਡਰ ਤੇ ਕੱਲ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਹੋਈ। ਮੋਰਚਾ ਸਮਾਪਤ ਹੋਣ ਤੋਂ 1.25 ਮਹੀਨੇ ਬਾਅਦ ਇਹ ਬੈਠਕ ਹੋਈ ਹੈ ਅਤੇ ਜਿਹੜੀਆਂ ਚੋਣ ਲੜਨ ਵਾਲੀਆਂ ਜਥੇਬੰਦੀਆਂ ਨੇ ਉਹਨਾਂ ਦੇ ਨਾਲੋਂ ਮੋਰਚੇ ਨੇ ਆਪਣਾ ਨਾਤਾ ਕਰੀਬ ਤੋੜ ਲਿਆ ਹੈ। ਹਾਲਾਂਕਿ 4 ਮਹੀਨੇ ਬਾਅਦ ਫਿਰ ਤੋਂ ਸਮੀਖਿਆ ਬੈਠਕ ਕੀਤੀ ਜਾਵੇਗੀ। ਮੋਦੀ ਸਰਕਾਰ ਨੂੰ 1 ਫਰਵਰੀ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ ਮੰਗਾਂ ਪੂਰੀਆਂ ਕਰਨ ਦੇ ਲਈ ਅਤੇ ਪੂਰੇ ਦੇਸ਼ ਦੇ ਵਿੱਚ 31 ਜਨਵਰੀ ਨੂੰ ਵਾਅਦਾ ਖਿਲਾਫੀ ਦਿਹਾੜਾ ਮਨਾਉਣ ਦਾ ਐਲਾਨ ਵੀ ਕੀਤਾ ਗਿਆ ਹੈ। ਉਧਰ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਨੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਲੀਡਰਾਂ ਨੂੰ ਟਿਕਟਾਂ ਦਿੱਤੀਆਂ ਨੇ। ਮਜੀਠੀਆ ਨੇ ਨਸ਼ਾ ਤਸਕਰੀ ਕੇਸ ਦੇ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਕੱਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਉਹਨਾਂ ਕਿਹਾ ਕਿ ਗੰਭੀਰ ਦੋਸ਼ਾਂ ਵਾਲੇ ਉਮੀਦਵਾਰਾਂ ਦੀ ਚੋਣ ਕਰਨ ਵਾਲਿਆਂ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਨੇ, ਜਿਹੜੇ ਲੋਕਾਂ ਨੂੰ ਭ੍ਰਿਸ਼ਟਾਚਾਰ ਤੇ ਮਾਫੀਆ ਮੁਕਤ ਰਾਜ ਦੇਣ ਦਾ ਦਾਅਵਾ ਕਰਦੇ ਨੇ। ਤੇ ਦਰਬਾਰ ਸਾਹਿਬ ਪਹੁੰਚੇ ਮਜੀਠੀਆ ਨੇ ਦੋਸ਼ ਵੀ ਲਾਇਆ ਕਿ ਸਿਆਸੀ ਬਦਲਾਖੋਰੀ ਦੀ ਭਾਵਨਾ ਤਹਿਤ ਮੈਨੂੰ ਇੱਕ ਝੂਠੇ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਹਦੇ ਲਈ 4 DGP ਵੀ ਬਦਲੇ ਗਏ। ਕੇਜਰੀਵਾਲ ਨੇ ਜਿਹੜੀ CM ਚਿਹਰੇ ਨੂੰ ਲੈ ਕੇ ਲੋਕਾਂ ਦੀ ਰਾਏ ਮੰਗੀ ਹੈ ਉਸ ਨੂੰ ਵੀ ਮਜੀਠੀਆ ਨੇ ਡਰਾਮਾ ਦੱਸਿਆ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਪਹਿਲਾਂ ਦਿੱਲੀ ਵੱਲ ਧਿਆਨ ਦੇਵੇ ਜਿੱਥੋਂ ਦੇ ਉਹ ਮੁੱਖ ਮੰਤਰੀ ਨੇ। ਮਜੀਠੀਆ ਕੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ? ਇਸ ਦੇ ਜਵਾਬ ਵਿੱਚ ਮਜੀਠੀਆ ਨੇ ਕਿਹਾ ਕਿ ਫੈਸਲਾ ਪਾਰਟੀ ਨੇ ਕਰਨਾ ਹੈ। ਅੰਮ੍ਰਿਤਸਰ ਜਾਂਦੇ ਹੋਏ ਮਜੀਠੀਆ ਜਦੋਂ ਜੰਡਿਆਲਾ ਗੁਰੂ ਪਹੁੰਚੇ ਤਾਂ ਉੱਥੇ ਅਕਾਲੀ ਦਲ ਦੇ ਵਰਕਰਾਂ ਨੇ ਮਜੀਠੀਆ ਦਾ ਸਵਾਗਤ ਕੀਤਾ ਤੇ ਇਸ ਮੌਕੇ ਜਿਹੜਾ ਹੈਗਾ ਕੋਰੋਨਾ ਨਿਯਮਾਂ ਦੀ ਉਲੰਘਣਾ ਕੀਤੀ ਗਈ। ਉਧਰ ਕਾਂਗਰਸ ਦੀ ਟਿਕਟ ਐਲਾਨੇ ਜਾਣ ਤੋਂ ਬਾਅਦ ਮੋਗਾ ਦੇ ਵਿਧਾਇਕ ਤਾਂ ਬੀਜੇਪੀ ਦੇ ਵਿੱਚ ਸ਼ਾਮਲ ਹੋ ਹੀ ਗਏ ਨੇ। ਮਾਨਸਾ ਦੇ ਵਿੱਚ ਵੀ ਟਕਸਾਲੀ ਕਾਂਗਰਸੀਆਂ ਦੀ ਬਗਾਵਤ ਉੱਭਰ ਕੇ ਸਾਹਮਣੇ ਆ ਗਈ ਹੈ। ਸਿੱਧੂ ਮੂਸੇਵਾਲੇ ਨੂੰ ਟਿਕਟ ਮਿਲਣ ਤੋਂ ਬਾਅਦ ਗਾਗੋਵਾਲ ਪਰਿਵਾਰ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਨੇ ਤੇ ਨਾਜਰ ਸਿੰਘ ਮਾਨਸ਼ਾਹੀਆ ਨੇ ਸਿੱਧਾ ਕਹਿ ਦਿੱਤਾ ਕਿ ਮੂਸੇਵਾਲੇ ਦੀ ਹਮਾਇਤ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਜਦਕਿ ਜਸਪਿੰਦਰ ਬੀਰ ਸਿੰਘ ਚਹਿਲ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਕਾਂਗਰਸ ਦੇ ਵੱਲੋਂ ਇਸ ਵਾਰੀ CM ਚਿਹਰੇ ਤੋਂ ਬਿਨਾਂ ਹੀ ਚੋਣ ਮੈਦਾਨ ਵਿੱਚ ਨਿਤਰਨ ਦਾ ਫੈਸਲਾ ਲਿਆ ਗਿਆ ਹੈ, ਪਰ ਹੁਣ ਨਵਾਂ ਦਾ ਖੇਡਣ ਲੱਗੀ ਹੈ ਕਾਂਗਰਸ। ਲੁਧਿਆਣਾ ਦੇ ਵਿੱਚ ਨਵੇਂ ਬੋਰਡ ਨੇ ਜਿਹੜੇ ਉਹ ਕਾਂਗਰਸ ਨੇ ਲਾ ਦਿੱਤੇ ਨੇ, ਜਿਨ੍ਹਾਂ ਦੇ ਵਿੱਚ ਸਿੱਧੂ, ਚੰਨੀ ਅਤੇ ਜਾਖੜ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ। ਲੁਧਿਆਣਾ ਦੇ ਵਿੱਚ ਜਿਹੜੇ ਇਹ ਬੋਰਡ ਲੱਗੇ ਨੇ ਉਹਨਾਂ ਦੇ ਵਿੱਚ ਸਿੱਧੂ ਦੀ ਫੋਟੋ ਸਭ ਤੋਂ ਮੂਹਰੇ ਹੈ, ਵਿਚਾਲੇ ਚਰਨਜੀਤ ਸਿੰਘ ਚੰਨੀ ਦੀ ਫੋਟੋ ਹੈ, ਫਿਰ ਸੁਨੀਲ ਜਾਖੜ ਦੀ ਫੋਟੋ ਲਾਈ ਗਈ ਹੈ ਤੇ ਲਿਖਿਆ ਹੈ ਨਵੀਂ ਸੋਚ ਨਵਾਂ ਪੰਜਾਬ, ਪੰਜਾਬ ਦੀ ਚੜ੍ਹਦੀ ਕਲਾ, ਕਾਂਗਰਸ ਮੰਗੇ ਸਰਬੱਤ ਦਾ ਭਲਾ। ਇਸ ਤਰ੍ਹਾਂ ਦੇ ਬੋਰਡ ਨੇ ਜਿਹੜੇ ਉਹ ਲਾਏ ਗਏ ਨੇ ਤੇ ਮੰਨਿਆ ਜਾ ਰਿਹਾ ਕਿ ਕਾਂਗਰਸ ਹਾਈਕਮਾਨ ਨੇ ਇੱਕ ਚੰਗਾ ਰਾਹ ਕੱਢਿਆ ਹੈ। 3 ਲੀਡਰਾਂ ਦੀਆਂ ਫੋਟੋਆਂ ਚਿਪਕਾ ਦਿੱਤੀਆਂ ਨੇ ਤਾਂ ਕਿ ਕੋਈ ਬਗਾਵਤ ਨਾ ਕਰੇ ਅਤੇ ਚੋਣਾਂ ਜਿੱਤਣ ਤੋਂ ਬਾਅਦ ਦੇਖਿਆ ਜਾਏਗਾ ਜੇ ਕਾਂਗਰਸ ਸੱਤਾ ਦੇ ਵਿੱਚ ਆਉਂਦੀ ਹੈ ਤਾਂ CM ਕੌਣ ਬਣਦਾ ਹੈ। ਆਮ ਆਦਮੀ ਪਾਰਟੀ ਦੇ ਲੀਡਰ ਰਾਘਵ ਚੱਡਾ ਨੇ ਚੋਣ ਕਮਿਸ਼ਨ ਤੇ ਹੀ ਦੋਸ਼ ਲਾਇਆ ਹੈ ਕਿ ਕਮਿਸ਼ਨ ਨੇ ਨਿਯਮਾਂ ਦੇ ਵਿੱਚ ਸੋਧ ਕਰਕੇ ਨਵੀਂ ਪਾਰਟੀ ਰਜਿਸਟਰਡ ਕੀਤੀ ਹੈ। ਚੋਣ ਕਮਿਸ਼ਨ ਨੇ 14 ਜਨਵਰੀ ਨੂੰ ਇੱਕ ਸਰਕੂਲਰ ਜਾਰੀ ਕਰਕੇ ਸਿਆਸੀ ਪਾਰਟੀ ਰਜਿਸਟਰ ਕਰਨ ਲਈ ਇਤਰਾਜ਼ ਦੀ ਮਿਆਦ 30 ਦਿਨਾਂ ਤੋਂ ਘਟਾ ਕੇ 7 ਦਿਨ ਕਰ ਦਿੱਤੀ ਸੀ। ਉਹਨਾਂ ਦੱਸਿਆ ਕਿ ਚੋਣਾਂ ਦਾ ਐਲਾਨ ਕਰਨ ਤੋਂ ਬਾਅਦ ਕੋਈ ਵੀ ਨਵੀਂ ਪਾਰਟੀ ਹੈ ਜਿਹੜੀ ਉਹ ਰਜਿਸਟਰਡ ਨਹੀਂ ਹੁੰਦੀ। ਫਿਰ ਵੀ ਅਕਾਲੀ ਦਲ, ਕਾਂਗਰਸ, BJP ਤੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਵਿੱਚ ਸਾਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਅਸਮਰੱਥ ਰਹਿਣ ਤੇ ਸਾਰੇ ਮਿਲ ਕੇ ਸਾਜ਼ਿਸ਼ ਰਚ ਰਹੇ ਨੇ।
ਉਹਨਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਆਪਣੇ ਕਾਨੂੰਨਾਂ ਵਿੱਚ ਸੋਧ ਕਰਕੇ ਇੱਕ ਸਿਆਸੀ ਪਾਰਟੀ ਵਿੱਚ ਇੱਕ ਨਵਾਂ ਗਰੁੱਪ ਰਜਿਸਟਰ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਪਹਿਲੀ ਵਾਰੀ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਸਿਆਸੀ ਪਾਰਟੀ ਦੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ। ਵੱਡਾ ਇਲਜ਼ਾਮ ਲਾਇਆ ਹੈ ਰਾਘਵ ਚੱਡਾ ਨੇ। ਭਗਵੰਤ ਮਾਨ ਵੀ ਕਹਿ ਰਹੇ ਨੇ ਕਿ ਸਾਡੀ ਪਾਰਟੀ ਨੂੰ ਰੋਕਣ ਲਈ ਸਾਰੀਆਂ ਸਿਆਸੀ ਧਿਰਾਂ ਇਕੱਠੀਆਂ ਹੋ ਗਈਆਂ ਨੇ। ਬਾਹਰੋਂ ਭਾਵੇਂ ਅੱਡੋ-ਅੱਡ ਦਿਖਦੀਆਂ ਨੇ ਪਰ ਅੰਦਰੋਂ ਇਕੱਠੀਆਂ ਹੋ ਗਈਆਂ ਨੇ। ਪੰਜਾਬੀਆਂ ਨੂੰ ਨਾਪਾਕ ਗੱਠਜੋੜ ਤੋਂ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ। उधर तख्त श्री केसगढ़ साहिब आनंदपुर साहिब पहुंचे SGPC प्रधान एडवोकेट हरजिंदर सिंह धामी ने आम आदमी पार्टी ਨੂੰ ਸੁਨੇਹਾ ਘੱਲਿਆ ਹੈ ਕਿ ਆਮ ਆਦਮੀ ਪਾਰਟੀ ਪੰਜਾਬੀ ਸਿੱਖ ਨੂੰ ਹੀ ਮੁੱਖ ਮੰਤਰੀ ਬਣਾਏ। ਉਹਨਾਂ ਟਿੱਪਣੀ ਕਰਦਿਆਂ ਕਿਹਾ ਕਿ ਪਾਰਟੀ ਨੇ HS ਫੂਲਕਾ, ਸੁੱਚਾ ਸਿੰਘ ਛੋਟੇਪੁਰ, ਸੁਖਪਾਲ ਸਿੰਘ ਖਹਿਰਾ, ਗੁਰਪ੍ਰੀਤ ਸਿੰਘ ਘੁੱਗੀ ਤੇ ਕੰਵਰ ਸੰਧੂ ਵਰਗੀਆਂ ਸ਼ਖਸੀਅਤਾਂ ਦੀ ਕਦਰ ਨਹੀਂ ਪਾਈ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਪੰਜਾਬੀ ਬਾਹਰਲੇ ਲੋਕਾਂ ਦੇ ਬਹਿਕਾਵੇ 'ਚ ਨਾ ਆਉਣ, ਪੰਜਾਬ ਦੇ ਹਿੱਤਾਂ ਲਈ ਸੰਜੀਦਗੀ ਦੇ ਨਾਲ ਫੈਸਲਾ ਲੈਣ। ਨਾਲ ਹੀ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਵੀ ਕੀਤੀ ਹੈ ਕਿ ਜਿਹੜਾ ਤੁਹਾਡੇ ਵੱਲੋਂ ਵੀਰ ਬਾਲ ਦਿਵਸ ਮਨਾਉਣ ਦਾ ਫੈਸਲਾ ਲਿਆ ਗਿਆ ਹੈ ਉਸ ਫੈਸਲੇ ਤੇ ਮੁੜ ਵਿਚਾਰ ਕੀਤਾ ਜਾਵੇ, ਉਸ ਦਾ ਨਾਮ ਹੈ ਜਿਹੜਾ ਉਹ ਬਦਲਿਆ ਜਾਵੇ। ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਪ੍ਰਧਾਨ ਰਾਮ ਸਿੰਘ ਨੇ ਵੀ ਸਥਿਤੀ ਸਪਸ਼ਟ ਕੀਤੀ ਹੈ ਅਤੇ ਕਿਹਾ ਕਿ ਵੋਟਾਂ ਦੇ ਕਰਕੇ ਸਾਰੀਆਂ ਸਿਆਸੀ ਧਿਰਾਂ ਡੇਰੇ ਆਈਆਂ ਨੇ ਪਰ ਹਲੇ ਡੇਰੇ ਵੱਲੋਂ ਕੋਈ ਫੈਸਲਾ ਨਹੀਂ ਲਿਆ ਗਿਆ ਹੈ ਕਿ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਜਾਂ ਕਿਹੜੇ ਲੀਡਰ ਨੂੰ ਸਮਰਥਨ ਦੇਣਾ ਹੈ। ਫੈਸਲਾ ਡੇਰੇ ਦੀ ਪੰਜਾਬ ਵਾਲੀ ਸੰਗਤ ਕਰੇਗੀ। ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਕੱਲ ਸਿੱਖ ਯੂਥ ਜਥੇਬੰਦੀਆਂ ਨੇ ਇਕੱਠ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੈਸਲਾ ਜਿਹੜਾ ਕੀਤਾ ਗਿਆ ਹੈ ਵੀਰ ਬਾਲ ਦਿਵਸ ਨੂੰ ਲੈ ਕੇ ਉਸ ਨੂੰ ਰੱਦ ਕੀਤਾ ਗਿਆ। ਉਹਨਾਂ ਕਿਹਾ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ਬਾਰੇ ਫੈਸਲੇ ਲੈਣ ਦਾ ਹੱਕ ਸ਼੍ਰੀ ਅਕਾਲ ਤਖਤ ਸਾਹਿਬ ਕੋਲ ਹੀ ਰਾਖਵਾਂ ਹੈ। ਉਹਨਾਂ ਕਿਹਾ ਕਿ ਅਸੀਂ ਅਕਾਲ ਤਖਤ ਸਾਹਿਬ ਕੋਲੋਂ ਮੰਗ ਕਰਾਂਗੇ ਕਿ ਸਿੱਖ ਧਾਰਮਿਕ ਮਾਮਲਿਆਂ ਵਿੱਚ ਸਰਕਾਰਾਂ ਦੀ ਦਖਲਅੰਦਾਜ਼ੀ ਨੂੰ ਲੈ ਕੇ ਅਕਾਲ ਤਖਤ ਸਾਹਿਬ ਵੱਲੋਂ ਰੋਕਣ ਦੇ ਲਈ ਸਖਤ ਸੰਦੇਸ਼ ਜਾਰੀ ਕੀਤਾ ਜਾਵੇ। ਜੰਮੂ ਕਸ਼ਮੀਰ ਦੇ ਰਾਜੌਰੀ ਇਲਾਕੇ ਵਿੱਚ ਗੋਲੀ ਲੱਗਣ ਕਾਰਨ ਸ਼ਹੀਦ ਹੋਏ ਖੇੜੀ ਜੱਟਾਂ ਦੇ ਜਵਾਨ ਨਵਰਾਜ ਸਿੰਘ ਦਾ ਜੱਦੀ ਪਿੰਡ ਦੇ ਵਿੱਚ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਕਰੀਬ 6 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ 25 ਸਾਲ ਦਾ ਜਵਾਨ ਹਾਲੇ ਅਣਵਿਆਹਿਆ ਸੀ। 14 ਸਿੱਖ ਰੈਜੀਮੈਂਟ ਦੇ ਵਿੱਚ ਸ਼ਾਮਲ ਸੀ। ਭਾਦਸੋਂ ਪਿੰਡ ਵਾਸੀਆਂ ਦੇ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਅਚਾਨਕ ਗੋਲੀ ਚੱਲਣ ਕਾਰਨ ਇਹ ਮੌਤ ਹੋਈ ਹੈ ਅਤੇ ਹਾਲੇ ਤੱਕ ਇਹ ਭੇਦ ਭਰੀ ਮੌਤ ਬਣੀ ਹੋਈ ਹੈ। ਹਾਲੇ ਤੱਕ ਸਾਫ਼ ਨਹੀਂ ਹੋ ਪਾਇਆ ਕਿ ਗੋਲੀ ਕਿਉਂ ਚੱਲੀ ਸੀ ਕਿਉਂਕਿ 2 ਫੌਜੀ ਜਵਾਨ ਨੇ ਜਿਹੜੇ ਦੋਵੇਂ ਪੰਜਾਬ ਦੇ ਸਨ, ਦੋਵਾਂ ਦੀ ਮੌਤ ਹੋ ਗਈ ਹੈ। ਇਤਿਹਾਸਿਕ ਧਰਤੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦਾ ਜੋੜ ਮੇਲ ਸਮਾਪਤ ਹੋ ਗਿਆ ਹੈ। ਨਗਰ ਕੀਰਤਨ ਅਤੇ ਨਿਹੰਗ ਸਿੰਘਾਂ ਦੇ ਵੱਲੋਂ ਸਜਾਏ ਮਹੱਲੇ ਦੇ ਨਾਲ ਮਾਘੀ ਦਾ ਜੋੜ ਮੇਲ ਵੱਡੀ ਗਿਣਤੀ ਵਿੱਚ ਸੰਗਤਾਂ ਦੀ ਹਾਜ਼ਰੀ ਦੇ ਨਾਲ ਸਮਾਪਤ ਹੋਇਆ। ਨਿਹੰਗ ਸਿੰਘਾਂ ਨੇ ਯੁੱਧ ਕਲਾ ਦੇ ਜੌਹਰ ਦਿਖਾਏ। ਇਸ ਵਾਰੀ ਲੱਖਾਂ ਲੋਕ ਮਾਘੀ ਦੇ ਮੇਲੇ ਮੌਕੇ ਮੱਥਾ ਟੇਕਣ ਲਈ ਪਹੁੰਚੇ। ਹਾਲਾਂਕਿ ਕੜਾਕੇ ਦੀ ਠੰਡ ਸੀ ਪਰ ਫਿਰ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਆਪਣੀ ਹਾਜ਼ਰੀ ਲਵਾਈ। ਧਾਰਮਿਕ ਜੋੜ ਮੇਲ ਭਾਵੇਂ ਸਮਾਪਤ ਹੋ ਗਿਆ ਹੈ ਪਰ ਮਨੋਰੰਜਨ ਮੇਲਾ ਤੇ ਬਾਜ਼ਾਰ ਨੇ ਜਿਹੜੇ ਉਹ ਕਰੀਬ ਹਫ਼ਤਾ ਭਰ ਜਾਰੀ ਰਹਿਣਗੇ ਅਤੇ ਮੁਕਤਸਰ ਸਾਹਿਬ ਮਾਘੀ ਦੇ ਮੇਲੇ ਦੇ ਵਿੱਚ ਘੋੜਾ ਮੰਡੀ ਵੀ ਕਈ ਸਾਲਾਂ ਬਾਅਦ ਲੱਗੀ ਹੈ। ਇੱਥੇ ਦੇਸ਼ ਭਰ ਤੋਂ ਘੋੜਿਆਂ ਦੇ ਵਪਾਰੀ ਪਹੁੰਚੇ ਨੇ। ਦਿੱਲੀ, ਮੁੰਬਈ, ਗਾਜ਼ੀਆਬਾਦ, ਜੈਪੁਰ ਤੇ ਕਾਠੀਆਵਾੜ ਸਣੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਘੋੜਿਆਂ ਦੇ ਖਰੀਦਦਾਰ ਪਹੁੰਚੇ ਨੇ। ਵੇਚਣ ਵਾਲਿਆਂ ਵਿੱਚ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਜਿਹੜੇ ਪਸ਼ੂ ਪਾਲਕ ਨੇ ਉਹ ਸ਼ਾਮਿਲ ਨੇ। ਇਹ ਘੋੜਾ ਮੰਡੀ ਲਗਭਗ 6 ਸਾਲਾਂ ਬਾਅਦ ਲੱਗੀ ਹੈ ਕਿਉਂਕਿ 2016 ਦੇ ਵਿੱਚ ਨੋਟਬੰਦੀ ਤੋਂ ਬਾਅਦ ਜਿਹੜੀ ਇਹ ਪਹਿਲੀ ਵਾਰੀ ਮੰਡੀ ਲੱਗੀ ਹੈ। ਲੋਕਡਾਊਨ ਨੇ ਵੀ ਪਸ਼ੂਆਂ ਦੇ ਵਪਾਰ ਤੇ ਸੱਟ ਮਾਰੀ ਸੀ ਤੇ ਹਾਲੇ ਵੀ ਇਸ ਦਾ ਸੰਕਟ ਹੈ ਜਿਹੜਾ ਉਹ ਬਣਿਆ ਹੋਇਆ ਤੇ ਇਸ ਘੋੜਾ ਮੰਡੀ ਦੇ ਵਿੱਚ 50,000 ਤੋਂ ਲੈ ਕੇ 11 ਕਰੋੜ ਰੁਪਏ ਤੱਕ ਦੀ ਕੀਮਤ ਦੇ ਘੋੜੇ ਪਹੁੰਚੇ ਨੇ। ਨੁਕਰਾ ਘੋੜਾ ਇਸ ਮੰਡੀ ਦੀ ਸ਼ਾਨ ਬਣਿਆ ਹੋਇਆ। ਚਿੱਟੇ ਰੰਗ ਦਾ ਹੋਣ ਕਰਕੇ ਫਿਲਮਾਂ ਤੇ ਵਿਆਹਾਂ ਦੇ ਵਿੱਚ ਵੀ ਇਹਦੀ ਬੜੀ ਮੰਗ ਹੁੰਦੀ ਹੈ। ਇੱਥੇ ਦਾਦਰੀ ਦਾ ਬੁਰਜ ਖਲੀਫਾ ਵੀ ਪਹੁੰਚਿਆ ਹੈ ਜਿਸ ਦੀ ਕੀਮਤ ਕਰੋੜਾਂ ਦੇ ਵਿੱਚ ਹੈ। ਮਾਘੀ ਦਾ ਮੇਲਾ ਭਾਵੇਂ ਸਮਾਪਤ ਹੋ ਗਿਆ ਪਰ ਘੋੜਾ ਮੰਡੀ ਹੈ ਜਿਹੜੀ ਅਗਲੇ 2 ਹਫ਼ਤਿਆਂ ਤੱਕ ਚੱਲੇਗੀ ਤੇ ਇਹ ਕੌਮੀ ਘੋੜਾ ਮੰਡੀ ਹੈ ਜਿਸ ਦੇ ਵਿੱਚ ਪੂਰੇ ਦੇਸ਼ ਤੋਂ ਘੋੜਿਆਂ ਦੇ ਖਰੀਦਦਾਰ ਪਹੁੰਚਦੇ ਨੇ ਅਤੇ ਘੋੜਿਆਂ ਦੇ ਮਾਲਕ ਵੀ ਪਹੁੰਚਦੇ ਨੇ। ਸੋ ਜੇ ਤੁਸੀਂ ਵੀ ਘੋੜਾ ਮੰਡੀ ਦੇਖਣ ਦੇ ਸ਼ੌਕੀਨ ਹੋ, ਘੋੜੇ ਖਰੀਦਣ ਦੇ ਸ਼ੌਕੀਨ ਹੋ ਤਾਂ ਤੁਸੀਂ ਜਾ ਸਕਦੇ ਹੋ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਕੁਝ ਹੋਰ ਅਹਿਮ ਖਬਰਾਂ ਤੁਹਾਨੂੰ ਦੱਸਦੇ ਹਾਂ। ਸੀਤ ਲਹਿਰ ਨੇ ਪੂਰੇ ਪੰਜਾਬ ਹੀ ਨਹੀਂ ਪੂਰੇ ਉੱਤਰ ਭਾਰਤ ਨੂੰ ਠਾਰ ਰੱਖਿਆ ਹੈ। ਲਗਾਤਾਰ ਕਈ ਦਿਨ ਮੀਂਹ ਪੈਣ ਤੋਂ ਬਾਅਦ ਵੀ ਪੰਜਾਬ ਦੇ ਵਿੱਚ ਸੀਤ ਲਹਿਰ ਲਗਾਤਾਰ ਚੱਲ ਰਹੀ ਹੈ। ਮੌਸਮ ਵਿਭਾਗ ਨੇ ਸੰਘਣੀ ਧੁੰਦ ਦੇ ਨਾਲ
ਪਾਰਾ ਹੋਰ ਥੱਲੇ ਜਾਣ ਦੇ ਲਈ ਪੰਜਾਬ ਦੇ ਵਿੱਚ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ, ਪੀਲੀ ਚੇਤਾਵਨੀ ਜਿਸ ਨੂੰ ਕਿਹਾ ਜਾਂਦਾ ਹੈ। ਆਉਣ ਵਾਲੇ 3 ਦਿਨਾਂ ਦੇ ਵਿੱਚ ਠੰਡ ਹੋਰ ਵਧਣ ਦੀ ਸੰਭਾਵਨਾ ਦਿੱਤੀ ਹੈ। ਸੰਘਣੀ ਧੁੰਦ ਪੈਣ ਦੀ ਵੀ ਸੰਭਾਵਨਾ ਮੌਸਮ ਵਿਭਾਗ ਨੇ ਦਰਸਾਈ ਹੈ। ਮੌਸਮ ਵਿਭਾਗ ਨੇ ਹਦਾਇਤ ਜਾਰੀ ਕੀਤੀ ਹੈ ਕਿ ਮੌਸਮੀ ਹਾਲਾਤ ਦੇਖਣ ਤੋਂ ਬਾਅਦ ਹੀ ਲੋਕ ਘਰਾਂ ਚੋਂ ਬਾਹਰ ਨਿਕਲਣ। 19 ਜਨਵਰੀ ਨੂੰ ਮੁੜ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਪੰਜਾਬ ਤੇ ਹਰਿਆਣਾ ਦੋਵੇਂ ਸੂਬਿਆਂ ਦੇ ਵਿੱਚ ਤਾਪਮਾਨ 1-1 ਡਿਗਰੀ ਹੋਰ ਥੱਲੇ ਡਿੱਗ ਗਿਆ। ਦੋਵੇਂ ਸੂਬਿਆਂ ਦੇ ਵਿੱਚ ਸੰਘਣੀ ਧੁੰਦ ਤੇ ਬੱਦਲਵਾਈ ਦੀ ਸੰਭਾਵਨਾ ਜਿਹੜੀ ਉਹ ਦਿੱਤੀ ਗਈ ਹੈ। ਪੰਜਾਬ ਦੇ ਵਿੱਚ ਵੀਰਵਾਰ ਤੋਂ ਲੈ ਕੇ ਸ਼ਨੀਚਰਵਾਰ ਤੱਕ ਲਗਾਤਾਰ 3 ਦਿਨ ਤੱਕ ਸੂਰਜ ਨੇ ਆਪਣੀ ਸ਼ਕਲ ਨਹੀਂ ਦਿਖਾਈ। ਆਉਂਦੇ 2-3 ਦਿਨਾਂ ਤੱਕ ਵੀ ਤਾਪਮਾਨ ਅਜਿਹਾ ਹੀ ਬਣੇ ਰਹਿਣ ਦੇ ਆਸਾਰ ਨੇ। ਉਸ ਤੋਂ ਬਾਅਦ 2-3 ਦਿਨ ਤੋਂ ਬਾਅਦ ਜਿਹੜਾ ਸੈਲਸੀਅਸ ਹੈ 2-3 ਡਿਗਰੀ ਹੋ ਉੱਤੇ ਜਿਹੜਾ ਜਾ ਸਕਦਾ ਹੈ। ਪੰਜਾਬ 'ਚ ਸਭ ਤੋਂ ਵੱਧ ਠੰਡਾ ਬਠਿੰਡਾ ਜ਼ਿਲ੍ਹਾ ਰਿਹਾ ਹੈ। ਆਉਂਦੇ 5 ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਪੰਜਾਬ 'ਚ ਆਮ ਜਨ ਜੀਵਨ ਜਿਹੜਾ ਤਾਪਮਾਨ ਥੱਲੇ ਡਿੱਗਣ ਕਰਕੇ ਪ੍ਰਭਾਵਿਤ ਹੋਇਆ ਹੈ। ਧੁੰਦ ਕਾਰਨ ਸੜਕੀ ਆਵਾਜਾਈ ਤਾਂ ਪ੍ਰਭਾਵਿਤ ਹੁੰਦੀ ਹੀ ਹੈ। ਲੋਕ ਘਰਾਂ ਚੋਂ ਬਾਹਰ ਨਿਕਲਣ ਤੋਂ ਡਰਦੇ ਨੇ ਕਿਉਂਕਿ ਹਾਦਸੇ ਆਮ ਤੌਰ ਤੇ ਹੀ ਵਾਪਰਦੇ ਰਹਿੰਦੇ ਨੇ ਤੇ ਰੇਲ ਗੱਡੀਆਂ ਵੀ ਲੇਟ ਹੀ ਆਪਣੇ ਠਿਕਾਣਿਆਂ ਤੇ ਪਹੁੰਚ ਰਹੀਆਂ ਨੇ। ਠੰਡੇ ਮੌਸਮ ਦੀ ਸਭ ਤੋਂ ਵੱਡੀ ਮਾਰ ਹੈ ਜਿਹੜੀ ਉਹ ਬੇਘਰੇ ਲੋਕਾਂ ਨੂੰ ਪੈਂਦੀ ਹੈ, ਪਸ਼ੂ ਪੰਛੀਆਂ ਨੂੰ ਵੀ ਪੈਂਦੀ ਹੈ ਅਤੇ ਰੋਜ਼ੀ ਰੋਟੀ ਕਮਾਉਣ ਵਾਲੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਰੋਜ਼ ਦਿਹਾੜੀ ਕਮਾ ਕੇ ਰਾਤ ਨੂੰ ਖਾਣਾ ਹੁੰਦਾ ਹੈ, ਉਹਨਾਂ ਨੂੰ ਵੀ ਕੜਾਕੇ ਦੀ ਠੰਡ ਵਿੱਚ ਘਰਾਂ ਚੋਂ ਨਿਕਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿਉਂਕਿ ਠੰਡ ਦੇ ਵਿੱਚ ਜਿਹੜਾ ਢਿੱਡ ਹੈ ਉਹ ਵੀ ਟਿਕਣ ਨਹੀਂ ਦਿੰਦਾ। ਭੁੱਖਾ ਢਿੱਡ ਇਨਸਾਨ ਨੂੰ ਟਿਕਣ ਨਹੀਂ ਦਿੰਦਾ ਤੇ ਅਸੀਂ ਜ਼ਰੂਰ ਇਸ ਮੌਸਮ ਦੇ ਵਿੱਚ ਜਾਂ ਹਮੇਸ਼ਾ ਲਈ ਅਸੀਂ ਦੁਆ ਹੀ ਕਰਦੇ ਹੁੰਦੇ ਹਾਂ ਕਿ ਪਰਮਾਤਮਾ ਹਰੇਕ ਨੂੰ ਰਿਜ਼ਕ ਦੇਵੇ, ਹਰੇਕ ਦੀ ਜਿਹੜੀ ਹਰੇਕ ਦਾ ਢਿੱਡ ਹੈ ਉਹ ਜ਼ਰੂਰ ਭਰ ਜਾਵੇ। ਇਸ ਦੁਨੀਆ ਦੇ ਉੱਤੇ ਕੋਈ ਭੁੱਖ ਹੈ ਜਿਹੜਾ ਭੁੱਖ ਦੇ ਨਾਲ ਨਾ ਮਰੇ। ਤੇ ਮੌਸਮ ਵਿਭਾਗ ਦੇ ਇਸ ਟੇਵਿਆਂ ਤੋਂ ਬਾਅਦ ਜਿਹੜੇ ਖੇਤੀਬਾੜੀ ਮਾਹਿਰ ਨੇ ਉਹ ਕਹਿੰਦੇ ਨੇ ਕਿ ਫਸਲਾਂ ਦੇ ਲਈ ਇਹ ਠੰਡ ਲਾਹੇਵੰਦ ਸਾਬਿਤ ਹੋ ਰਹੀ ਹੈ। ਭਾਵੇਂ ਆਮ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਪਰ ਮੌਸਮ ਹੈ ਜਿਹੜਾ ਫਸਲਾਂ ਨੂੰ ਫਾਇਦੇ ਦੇਣ ਵਾਲਾ ਹੈ। ਪਰ ਕੋਰਾ ਜਦੋਂ ਪੈਂਦਾ ਹੁੰਦਾ ਉਹ ਫਸਲਾਂ ਦੇ ਲਈ ਮਾੜਾ ਹੁੰਦਾ। ਧੁੰਦ ਤੋਂ ਬਾਅਦ ਹਲਕੀ ਜਿਹੜੀ ਧੁੱਪ ਪੈਂਦੀ ਹੈ ਉਹ ਕਣਕ ਦੇ ਲਈ ਕਾਫੀ ਲਾਹੇਵੰਦ ਹੁੰਦੀ ਹੈ। ਸੋ ਸਾਰੇ ਤੁਸੀਂ ਇਸ ਮੌਸਮ ਦੇ ਵਿੱਚ ਆਪਣਾ ਧਿਆਨ ਰੱਖੋ। ਸਿਰ ਤੋਂ ਤੇ ਪੈਰਾਂ ਤੋਂ ਸਭ ਤੋਂ ਵੱਧ ਜਿਹੜੀ ਠੰਡ ਹੈ ਉਹ ਲੱਗਦੀ ਹੁੰਦੀ ਹੈ। ਸਿਰ ਤੇ ਪੈਰ ਜ਼ਰੂਰ ਢੱਕ ਕੇ ਰੱਖੋ। ਲੰਬਾ ਸਮਾਂ ਰਿੜਕਣ ਤੋਂ ਬਾਅਦ ਕਾਂਗਰਸ ਹਾਈਕਮਾਨ ਨੇ ਆਖਿਰਕਾਰ ਪੰਜਾਬ ਵਿਧਾਨ ਸਭਾ ਦੀਆਂ 2022 ਦੀਆਂ ਵੋਟਾਂ ਦੇ ਲਈ 86 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਹੀ ਦਿੱਤੀ ਹੈ। ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਕੈਂਪਨ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਦੇ ਵਿਚਾਲੇ ਖੂਬ ਖੜਕਦੀ ਰਹੀ ਹੈ। ਮੁੱਖ ਮੰਤਰੀ ਚੰਨੀ ਇੱਕ ਵਾਰ ਫਿਰ ਚਮਕੌਰ ਸਾਹਿਬ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ। ਹਾਲਾਂਕਿ ਪਹਿਲਾਂ ਇਹ ਜਿਹੜੀਆਂ ਖਬਰਾਂ ਆ ਰਹੀਆਂ ਸੀ ਕਿ 2 ਸੀਟਾਂ ਮੁੱਖ ਮੰਤਰੀ ਚੰਨੀ ਨੂੰ ਦਿੱਤੀਆਂ ਜਾ ਸਕਦੀਆਂ ਨੇ। ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜਨਗੇ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਆਪਣੀ ਮੌਜੂਦਾ ਸੀਟ ਤੋਂ ਹੀ ਡੇਰਾ ਬਾਬਾ ਨਾਨਕ ਤੋਂ ਹੀ ਚੋਣ ਲੜਨਗੇ। ਪੰਜਾਬ ਦੇ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਅੰਮ੍ਰਿਤਸਰ ਸੈਂਟਰਲ ਤੋਂ, ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਕਾਦੀਆਂ ਤੋਂ ਚੋਣ ਮੈਦਾਨ ਦੇ ਵਿੱਚ ਉਤਰ ਆਏ ਨੇ। ਕਈਆਂ ਦੀਆਂ ਟਿਕਟਾਂ ਕੱਟ ਵੀ ਦਿੱਤੀਆਂ ਗਈਆਂ ਨੇ ਤੇ ਕਈ ਨਵਿਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ, ਚਾਂਸ ਦਿੱਤੇ ਗਏ ਨੇ। ਗਾਇਕ ਸਿੱਧੂ ਮੂਸੇਵਾਲੇ ਨੂੰ ਮਾਨਸਾ ਤੋਂ ਟਿਕਟ ਦੇ ਕੇ ਅਦਾਕਾਰ ਸੋਨੂ ਸੂਦ ਦੀ ਭੈਣ ਵਾਲਵਿਕਾ ਸੂਦ ਨੂੰ ਮੋਗਾ ਤੋਂ ਕਾਂਗਰਸ ਉਮੀਦਵਾਰ ਬਣਾਇਆ ਗਿਆ ਹੈ, ਜਿੱਥੇ ਬਗਾਵਤ ਵੀ ਸ਼ੁਰੂ ਹੋ ਚੁੱਕੀ ਹੈ। ਕਾਂਗਰਸ ਦੇ ਵੱਲੋਂ ਜਿਹੜੇ 86 ਉਮੀਦਵਾਰਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ, ਇਹਨਾਂ ਵਿੱਚੋਂ 1-2 ਨੂੰ ਛੱਡ ਕੇ ਉਹੀ ਵਰਕਰ ਜਾਂ ਲੀਡਰ ਸ਼ਾਮਿਲ ਨੇ ਜਿਨ੍ਹਾਂ ਦੇ ਨਾਮ ਨੂੰ ਥੋੜੀ ਜਿਹੀ ਬਹਿਸ ਤੋਂ ਬਾਅਦ ਫਾਈਨਲ ਕਰ ਦਿੱਤਾ ਗਿਆ। ਸੁਖਪਾਲ ਸਿੰਘ ਖਹਿਰਾ ਦਾ ਨਾਮ ਵੀ ਅਨਾਉਂਸ ਕਰ ਦਿੱਤਾ ਗਿਆ ਹੈ। ਭੁਲੱਥ ਤੋਂ ਹੀ ਖਹਿਰਾ ਨੂੰ ਟਿਕਟ ਦਿੱਤੀ ਗਈ ਹੈ। ਸਭ ਨੂੰ ਹੈਰਾਨੀ ਜ਼ਰੂਰ ਹੋਈ ਹੈ ਕਿਉਂਕਿ ਜਦੋਂ ਸੁਖਪਾਲ ਖਹਿਰਾ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਸੀ ਤਾਂ ਉਦੋਂ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁੰਦੇ ਸੀ। ਉਹਨਾਂ ਦੀ ਮੌਜੂਦਗੀ ਦੇ ਵਿੱਚ ਉਹਨਾਂ ਦੇ ਰਾਹੀਂ ਖਹਿਰਾ ਮੁੜ ਕਾਂਗਰਸ ਦੇ ਵਿੱਚ ਆਏ ਸੀ। ਹਾਲਾਂਕਿ ਇਸ ਵਕਤ ਉਹ ਈਡੀ ਦੇ ਵੱਲੋਂ ਉਹਨਾਂ ਨੂੰ ਸ਼ਿਕੰਜੇ ਦੇ ਵਿੱਚ ਫਸਾਇਆ ਗਿਆ ਹੈ ਤੇ ਕੈਪਟਨ ਸਾਹਿਬ ਦੇ ਰਾਹੀਂ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਸੀ ਖਹਿਰਾ, ਤਾਂ ਫਿਰ ਉਹਨਾਂ ਦੀ ਟਿਕਟ ਦੀ ਕੋਈ ਬਹੁਤੀ ਸੰਭਾਵਨਾ ਨਹੀਂ ਸੀ ਪਰ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ। ਸਿੱਧੂ ਮੂਸੇਵਾਲੇ ਦਾ ਵਿਰੋਧ ਹੈ ਜਿਹੜਾ ਉਹ ਮਾਨਸਾ ਦੇ ਜਿਹੜੇ ਲੀਡਰ ਨੇ ਕਾਂਗਰਸੀ ਟਕਸਾਲੀ ਉਹਨਾਂ ਦੇ ਵੱਲੋਂ ਸ਼ੁਰੂ ਵੀ ਕਰ ਦਿੱਤਾ ਗਿਆ ਹੈ। ਮਾਨਸਾ ਦੇ ਵਿੱਚ ਤਾਂ ਧੂਣੀ ਧੁਖਣ ਲੱਗ ਪਈ ਹੈ। ਅੱਧੀ ਦਰਜਨ ਤੋਂ ਵੱਧ ਥਾਵਾਂ ਤੇ ਹਾਲਾਂਕਿ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਦੀਆਂ ਸੀਟਾਂ ਤੇ ਬਗਾਵਤ ਦੀਆਂ ਖਬਰਾਂ ਸਾਨੂੰ ਮਿਲੀਆਂ ਨੇ ਪਰ ਮਾਨਸਾ ਦੇ ਵਿੱਚ ਤਾਂ ਜਿਹੜਾ ਟਕਸਾਲੀ ਕਾਂਗਰਸੀ ਪਰਿਵਾਰ ਹੈ, ਜਿਹੜਾ ਸਾਬਕਾ ਵਿਧਾਇਕ ਮਰਹੂਮ ਜਿਹੜੇ ਸ਼ੇਰ ਸਿੰਘ ਗਾਗੋਵਾਲ ਉਹਨਾਂ ਦਾ ਪੋਤਰਾ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਉਸਨੇ ਆਪਣੀ ਮਾਂ ਸਮੇਤ ਕਾਂਗਰਸ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ।
ਮਾਈਕਲ ਨੇ ਗੁੱਸਾ ਦਿਖਾਉਂਦਿਆਂ ਕਿਹਾ ਕਿ ਅਸੀਂ ਵਰਕਰਾਂ ਦੀਆਂ ਭਾਵਨਾਵਾਂ ਪਾਰਟੀ ਤੱਕ ਪਹੁੰਚਾ ਦਿੱਤੀਆਂ ਸੀ, ਪਰ ਬਾਵਜੂਦ ਇਸ ਦੇ ਪੈਰਾਸ਼ੂਟ ਰਾਹੀਂ ਉਤਰੇ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਹੈ ਜਿਨੇ ਲੋਕਾਂ ਦੇ ਕਦੇ ਦੁੱਖ ਸੁੱਖ ਸੁਣੇ ਹੀ ਨਹੀਂ ਹੈਗੇ। ਕਹਿੰਦੇ ਇਲਾਕੇ ਦੇ ਪੰਚਾਂ, ਸਰਪੰਚਾਂ ਤੇ ਕੌਂਸਲਰਾਂ ਨੇ ਇੱਕ ਮੀਟਿੰਗ ਕਰਕੇ ਪਾਰਟੀ ਕੋਲ ਵਿਰੋਧ ਜਤਾਇਆ ਹੈ ਤੇ ਅਸੀਂ ਆਉਂਦੇ ਸਮੇਂ 'ਚ ਅਗਲੇ ਐਕਸ਼ਨ ਦਾ ਐਲਾਨ ਹੈ ਜਿਹੜਾ ਉਹ ਕਰ ਦਿਆਂਗੇ। ਉਸ ਦੀ ਟਿਕਟ ਮਿਲਣ ਕਰਕੇ ਮੈਨੂੰ ਤਾਂ ਰੋਸ਼ ਆਈ ਹੈ, ਪੂਰੇ ਵਰਕਰਾਂ ਨੂੰ ਵੀ, ਤੇ ਜਿਹੜੇ ਸਾਰੇ ਅੱਜ ਮੇਰੇ ਕੋਲ ਸਾਹਮਣੇ ਬੈਠੇ ਸੀ ਸਵੇਰੇ, ਐਮਸੀ ਸਾਹਿਬਾਨ ਲਾ ਲਓ, ਸਰਪੰਚ ਸਾਹਿਬਾਨ ਲਾ ਲਓ, ਜਿੰਨੇ ਵੀ ਕਾਂਗਰਸੀ ਪੁਰਾਣੇ ਮੈਂਬਰ ਨੇ ਜਾਂ ਅਹੁਦੇਦਾਰ ਨੇ, ਸਾਰਿਆਂ ਨੂੰ ਦੁੱਖ ਆ ਵੀ ਇਹਨੂੰ ਟਿਕਟ ਦੇ ਦਿੱਤੀ ਵੀ ਪੈਰਾਸ਼ੂਟ ਰਾਹੀਂ ਜਿਹੜਾ ਲੋਕਾਂ ਦੇ ਵਿੱਚ ਨਹੀਂ ਵਿਚ ਰਿਹਾ ਉਹਨੂੰ ਟਿਕਟ ਦੇ ਕੇ ਨਵਾਜ਼ਿਆ। ਤੇ ਅਸੀਂ ਹੁਣ ਅੱਗੇ ਜੋ ਆਪਦਾ ਫੈਸਲਾ ਲਵਾਂਗੇ ਉਹ ਆਪਦੇ ਵਰਕਰਾਂ ਨਾਲ ਲਵਾਂਗੇ, ਪਰ ਅਸੀਂ ਅੱਜ ਪਾਰਟੀ ਨੂੰ ਅਪੀਲ ਸਵੇਰੇ ਕੀਤੀ ਸੀ, ਪਰ ਹੁਣ ਅਸੀਂ ਪਾਰਟੀ ਨੂੰ ਦੱਸਣਾ ਚਾਹੁੰਦੇ ਹਾਂ ਬਈ ਪਾਰਟੀ ਨੂੰ ਇਸ ਟਿਕਟ ਦਾ ਖਾਮਿਆਜ਼ਾ ਭੁਗਤਣਾ ਜਿਵੇਂ 2017 ਵਿੱਚ। ਕੋਈ ਅਹੁਦਿਆਂ ਤੋਂ ਵੀ ਅਸਤੀਫੇ ਵਗੈਰਾ? ਹਾਂਜੀ, ਅਸੀਂ ਆਪਦੇ ਅਹੁਦਿਆਂ ਤੋਂ, ਕਿਹੜੇ ਕਾਂਗਰਸ ਦੇ ਪਾਰਟੀ ਦੇ ਅਹੁਦਿਆਂ ਤੋਂ ਸਾਨੂੰ ਪ੍ਰੈਸ ਨੋਟ ਜਾਰੀ ਕੀਤਾ ਜਾਊਗਾ ਜੀ। ਤੇ ਅਸੀਂ ਆਪਦੇ, ਮੈਂ ਤੇ ਮੇਰੀ ਮਾਤਾ ਜੀ ਸੀ ਤੇ ਕਿੰਨੇ ਵੀ ਮੇਰੇ ਨਾਲ ਆਪਦੇ ਸਮਰਥਕ ਨੇ, ਅਸੀਂ ਆਪਦੇ ਅਸੀਂ ਆਪਦਾ ਕਾਂਗਰਸ ਤੋਂ ਅਸਤੀਫਾ ਦੇਣਾ। ਇੱਥੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਕਾਂਗਰਸ ਨੇ ਜਿਹੜੀ ਸੂਚੀ ਦਾ ਐਲਾਨ ਕੀਤਾ ਹੈ ਉਸ ਸੂਚੀ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਜਿਹੜਾ ਆਫੀਸ਼ੀਅਲ ਨਾਮ ਹੈ ਉਹ ਦਰਜ ਹੀ ਨਹੀਂ ਹੈ, ਪੂਰਾ ਨਾਂ ਲਿਖਿਆ ਹੀ ਨਹੀਂ ਹੋਇਆ। ਪੂਰਾ ਨਾਮ ਜਿਹੜਾ ਹੈਗਾ ਸਿੱਧੂ ਮੂਸੇਵਾਲੇ ਦਾ ਰਿਕਾਰਡ ਦੇ ਮੁਤਾਬਿਕ, ਸਰਕਾਰੀ ਰਿਕਾਰਡ ਦੇ ਮੁਤਾਬਿਕ ਉਹ ਸ਼ੁਭਦੀਪ ਸਿੰਘ ਹੈ, ਪਰ ਗਾਇਕੀ ਦੇ ਖੇਤਰ ਵਿੱਚ ਉਸ ਨੂੰ ਸਿੱਧੂ ਮੂਸੇਵਾਲੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਲਿਸਟ ਦੇ ਵਿੱਚ ਸਿੱਧੂ ਮੂਸੇਵਾਲਾ ਹੀ ਲਿਖਿਆ ਹੋਇਆ। ਤੇ ਟਿਕਟ ਮਿਲਣ ਤੋਂ ਬਾਅਦ ਸਿੱਧੂ ਮੂਸੇਵਾਲੇ ਨੇ ਆਪਣੇ ਵਰਕਰਾਂ ਦੇ ਨਾਲ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਤੇ ਉਹਨੇ ਇਹ ਵੀ ਕਿਹਾ ਕਿ ਮੇਰੇ ਹਰ ਕੰਮ ਦੇ ਵਿੱਚ ਅੜਚਨ ਖੜੀ ਹੋਈ ਹੈ, ਮੈਂ ਕੋਈ ਵੀ ਕੰਮ ਕੀਤਾ ਸ਼ਾਂਤੀ ਦੇ ਨਾਲ ਤਾਂ ਹੋਇਆ ਹੀ ਨਹੀਂ, ਮੇਰਾ ਤਾਂ ਹਰ ਕੰਮ ਖੜਕੇ ਦੜਕੇ ਨਾਲ ਹੀ ਹੁੰਦਾ ਹੈ, ਇਸ ਕਰਕੇ ਮੇਰਾ ਸੁਭਾਅ ਵੀ ਇਸੇ ਤਰ੍ਹਾਂ ਦਾ ਹੋ ਗਿਆ। ਦਾਅਵਾ ਵੀ ਕੀਤਾ ਹੈ ਮੂਸੇਵਾਲੇ ਨੇ ਕਿ ਫਤਿਹ ਹਾਸਲ ਹੋਏਗੀ, ਹਰ ਕੰਮ ਦੇ ਵਿੱਚ ਫਤਿਹ ਹਾਸਲ ਮੈਨੂੰ ਹੁੰਦੀ ਰਹੀ ਹੈ ਤੇ ਹੁਣ ਵੀ ਹੋਊਗੀ। ਤੇ ਇਹ ਵੀ ਕਿਹਾ ਕਿ ਸਾਰੇ ਕਾਂਗਰਸੀ ਜਿਹੜੇ ਹੈਗੇ ਨੇ ਮਾਨਸਾ ਦੇ, ਉਹਨਾਂ ਨੂੰ ਮੈਂ ਜਾ ਕੇ ਮਿਲੂੰਗਾ, ਸਾਰਿਆਂ ਨੂੰ ਮਨਾਵਾਂਗਾ, ਇਕੱਠੇ ਮਿਲ ਕੇ ਚੱਲਾਂਗੇ। ਮੈਂ ਸਾਰੇ ਆਪਣੇ ਹਲਕੇ ਦਾ, ਆਪਣੇ ਲੋਕਾਂ ਦਾ ਇਹਨਾਂ ਨੇ ਆਸ਼ੀਰਵਾਦ ਦਿੱਤਾ, ਸਰਵੇ ਦੇ ਵਿੱਚ ਇਹਨੇ ਹਾਂ ਪੱਖੀ ਉਹਨਾਂ ਨੇ ਯਾਨੀ ਕਿ ਦਾਅਵਾ ਮਾਰਿਆ ਮੇਰੇ ਨਾਮ ਦਾ, ਤੇ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ। ਮੈਂ ਸਾਰਾ ਕ੍ਰੈਡਿਟ ਆਪਣੇ ਹਲਕੇ ਦੇ ਲੋਕਾਂ ਨੂੰ ਦਿੰਦਾ ਤੇ ਬਹੁਤ ਬਹੁਤ ਦੁਆਵਾਂ ਤੁਹਾਡੀਆਂ ਰੰਗ ਲੈ ਕੇ ਆਈਆਂ ਨੇ ਅੱਜ ਲੋਕਾਂ ਦੇ ਸਾਹਮਣੇ। ਅੱਜ ਇਲੈਕਸ਼ਨ ਲੜਨ ਦਾ ਮੌਕਾ ਮਿਲਿਆ ਤੇ ਮੈਂ ਵਾਅਦਾ ਕਰਦਾ ਜਿੱਤਾਂਗੇ ਵੀ, ਲੜਾਂਗੇ ਵੀ ਤੇ ਇੱਥੋਂ ਦੇ ਹੱਕਾਂ ਦੀ ਉਜਾਗਰ ਕਰਾਂਗੇ ਤੇ ਖੜਾਂਗੇ ਇੱਥੋਂ। ਕਿਸੇ ਸਿਆਣੇ ਨੇ ਕਹਾਵਤ ਹੀ ਕਹੀ ਸੀ, ਸਾਡਾ ਫਰਜ਼ ਹੈ ਆਪਦੀ ਚੰਗਿਆਈ ਤੇ ਰਹਿਣਾ, ਸਾਰਿਆਂ ਦਾ ਆਦਰ ਕਰਨਾ, ਸਾਰਿਆਂ ਨੂੰ ਕੋਸ਼ਿਸ਼ ਕਰਨੀ ਕਿ ਇਕਜੁੱਟ ਨਾਲ ਰੱਖਾਂ। ਬਾਕੀ ਜੇ ਕਿਸ ਨੂੰ ਇਸ ਚੀਜ਼ ਦਾ ਲੱਗਦਾ ਤਾਂ ਉਹ ਆਪਾਂ ਕਹਿ ਨਹੀਂ ਸਕਦੇ, ਕਿਉਂਕਿ ਹਰੇਕ ਦੀ ਆਪਣੀ ਇੰਡੀਵਿਜੂਅਲਿਟੀ ਹੈ ਸੋ ਮੇਰੀ ਤਾਂ ਕੋਸ਼ਿਸ਼ ਇਹੀ ਹੈ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਜਾਵੇ, ਆਪਣੇ ਭਰਾ ਬਣਾ ਕੇ ਚੱਲਿਆ ਜਾਵੇ, ਕਿਉਂਕਿ ਲੋਕਾਂ ਨਾਲ ਹੀ ਅਸੀਂ ਸਾਰੇ। ਜੇ ਅਸੀਂ ਆਪੋ ਆਪਣੀ ਏਗੋਆਂ ਨੂੰ ਸਾਈਡ ਤੇ ਰੱਖ ਕੇ ਜੇ ਆਪਾਂ ਇੱਥੋਂ ਦੇ ਭਲੇ ਲਈ ਕੁਝ ਨਾ ਕੁਝ ਕਰ ਸਕੀਏ ਤਾਂ ਸਾਨੂੰ ਜ਼ਰੂਰ ਕਰਨਾ ਚਾਹੀਦਾ। ਜਦਕਿ ਮਾਨਸਾ ਤੋਂ ਨਾਜਰ ਸਿੰਘ ਮਾਨਸ਼ਾਈਆ ਵੀ ਤਿੱਖੇ ਵਿਰੋਧ ਦਾ ਐਲਾਨ ਇੱਕ ਦਿਨ ਪਹਿਲਾਂ ਹੀ ਕਰ ਚੁੱਕੇ ਨੇ। ਉਧਰ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਿਲ ਹੋਣ ਵਾਲੀ ਜਿਹੜੀ ਰੁਪਿੰਦਰ ਰੂਬੀ, ਉਸ ਨੂੰ ਵੀ ਰਾਖਵੀਂ ਟਿਕਟ ਦੇ ਦਿੱਤੀ ਗਈ ਹੈ। ਮਾਨਸਾ ਦੇ ਨਾਲ ਨਾਲ ਮੋਗਾ ਦੇ ਵਿੱਚ ਵੀ ਬਗਾਵਤ ਦੇ ਰੰਗ ਦਿਖ ਗਏ ਨੇ। ਫਿਲਮ ਅਦਾਕਾਰ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਟਿਕਟ ਦੇਣ ਤੋਂ ਬਾਅਦ ਮੋਗੇ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਹਰਜੋਤ ਕਮਲ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਗਏ ਨੇ। ਸ਼ਨੀਚਰਵਾਰ ਦੀ ਇੱਕ ਹੋਰ ਅਹਿਮ ਖਬਰ ਕਿਸਾਨਾਂ ਦੀ ਮੀਟਿੰਗ ਦੇ ਨਾਲ ਜੁੜੀ ਹੋਈ ਸੀ। ਸਿੰਘੂ ਬਾਰਡਰ ਤੇ ਮੁੜ ਤੋਂ ਕਿਸਾਨ ਲੀਡਰ ਇਕੱਠੇ ਹੋਏ। ਮੋਰਚਾ ਫਤਿਹ ਕਰਨ ਦੇ ਐਲਾਨ ਤੋਂ ਬਾਅਦ ਕਿਸਾਨ ਲੀਡਰ ਕਰੀਬ 1 ਮਹੀਨੇ ਬਾਅਦ ਸਿੰਘੂ ਬਾਰਡਰ ਦੀਆਂ ਜਿਹੜੀਆਂ ਕਜਾਰੀਆ ਟਾਇਲਸ ਦੇ ਵਿੱਚ, ਜਿੱਥੇ ਪਹਿਲਾਂ ਮੀਟਿੰਗ ਹੁੰਦੀ ਸੀ ਮੋਰਚੇ ਵੇਲੇ, ਉੱਥੇ ਹੀ ਮੀਟਿੰਗ ਕੀਤੀ ਅਤੇ ਕਈ ਅਹਿਮ ਫੈਸਲਿਆਂ ਤੇ ਮੋਹਰ ਲਾਈ ਸੰਯੁਕਤ ਕਿਸਾਨ ਮੋਰਚੇ ਨੇ। ਇਸ ਮੀਟਿੰਗ ਦੇ ਵਿੱਚ ਸਮੀਖਿਆ ਕੀਤੀ ਗਈ ਕਿ ਸਰਕਾਰ ਦੇ ਜਿਹੜੇ ਦਾਅਵਿਆਂ ਨੂੰ ਸੱਚ ਮੰਨ ਕੇ ਕਿਸਾਨਾਂ ਨੇ ਆਪਣਾ ਜਿਹੜਾ ਵਿਰੋਧ ਹੈ, ਆਪਣਾ ਮੋਰਚਾ ਖਤਮ ਕਰਨ ਦਾ ਐਲਾਨ ਕਰ ਦਿੱਤਾ ਸੀ। ਕੀ ਉਹ ਵਾਅਦੇ ਪੂਰੇ ਕੀਤੇ ਜਾਂ ਨਹੀਂ ਕੀਤੇ, ਤਾਂ ਇਹੀ ਤੱਥ ਕੱਢਿਆ ਗਿਆ ਕਿ ਸਰਕਾਰ ਨੇ ਹਾਲੇ ਉਹਨਾਂ ਮੰਗਾਂ ਦੇ ਉੱਤੇ ਕੋਈ ਕੰਮ ਨਹੀਂ ਕੀਤਾ ਹੈ। ਇਸ ਕਰਕੇ ਜਿਹੜਾ ਹੈਗਾ ਵਿਸ਼ਵਾਸਘਾਤ ਖਿਲਾਫ ਦਿਵਸ ਮਨਾਇਆ ਜਾਵੇਗਾ, ਵਾਅਦਾ ਖਿਲਾਫੀ ਦਿਵਸ ਵੱਡੇ ਪੱਧਰ ਤੇ ਮਨਾਇਆ ਜਾਵੇਗਾ। 31 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਪੂਰੇ ਦੇਸ਼ ਵਿੱਚ ਹਰ ਜ਼ਿਲ੍ਹਾ ਹੈੱਡਕੁਆਟਰ, ਹਰ ਤਹਿਸੀਲ ਹੈੱਡਕੁਆਟਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੀਜੇਪੀ ਸਰਕਾਰ ਦੇ ਪੁਤਲੇ ਫੂਕਣ ਦਾ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਅਸੀਂ 1.25 ਮਹੀਨੇ ਸਰਕਾਰ ਦੀ ਕਾਰਗੁਜ਼ਾਰੀ ਦੀ ਉਡੀਕ ਕੀਤੀ, ਪਰ ਹਾਲੇ ਤੱਕ ਬਿਜਲੀ ਬਿੱਲ ਤੇ ਚਰਚਾ ਵੀ ਨਹੀਂ ਹੋਈ। ਪੂਰੇ ਦੇਸ਼ ਵਿੱਚ ਕਿਸਾਨਾਂ ਖਿਲਾਫ ਦਰਜ ਕੇਸ ਵਾਪਸ ਨਹੀਂ ਕੀਤੇ ਗਏ। ਸਰਕਾਰ ਨੇ ਕੁਝ ਨਹੀਂ ਕੀਤਾ, ਮੁਆਵਜ਼ੇ ਬਾਰੇ ਕੋਈ ਤਰੱਕੀ ਨਹੀਂ ਹੋਈ। ਹਰਿਆਣਾ ਵਿੱਚ ਕੇਸ ਵਾਪਸੀ ਨੂੰ ਲੈ ਕੇ ਥੋੜੀ ਜਿਹੀ ਹਲਚਲ ਹੈ ਕਹਿੰਦੇ ਜ਼ਰੂਰ ਹੋਈ।
दूसरा वड्डा फैसला लखीमपुर खीरी कतलकांड ਨੂੰ ਲੈ ਕੇ ਕੀਤਾ ਗਿਆ। किसान लीडਰਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਸਿੱਟ ਦੀ ਰਿਪੋਰਟ ਵਿੱਚ ਸਪਸ਼ਟ ਕਹਿ ਦਿੱਤਾ ਗਿਆ ਕਿ ਘਟਨਾ ਨਹੀਂ ਬਲਕਿ ਸਾਜ਼ਿਸ਼ ਸੀ। ਲੋਕਾਂ ਤੇ ਗੱਡੀ ਜਾਣਬੁੱਝ ਕੇ ਚੜਾਈ ਗਈ ਸੀ, ਪਰ ਸਰਕਾਰ ਨੇ ਹਾਲੇ ਤੱਕ ਮੁੱਖ ਦੋਸ਼ੀ ਹੈ ਜਿਹੜਾ ਮੰਤਰੀ ਅਜੇ ਮਿਸ਼ਰਾ ਟੇਨੀ ਉਸ ਨੂੰ ਬਰਖਾਸਤ ਨਹੀਂ ਕੀਤਾ। कोई कार्रवाई ना किए जाने ते हुण किसान लीडर राकेश टिकैत की अगवाई विच 21 जनवरी तो 3 दिनां दौरे ते लखीमपुर खीरी जाणगे। सारे मृतक किसानां दे पीड़ित परिवारां जिन्हां किसानां ते केस दर्ज कीते ने उन्हां सारियां नाल मुलाकात करनगे। किसान लीडर उत्थों दे प्रशासनिक ते पुलिस अधिकारियां नाल गलबात करनगे। जे कहंदे साडी सुनवाई नहीं होगी तां असीं लखीमपुर खीरी दे विच मोर्चा ला देंगे। मोर्चा उदों तक कायम रहेगा जदों तक लोकां नूं न्याय नहीं मिलदा। किसानां ने यह ऐलान कर दिता है, पर ਇੱਥੇ ਇੱਕ ਗੱਲ ਜ਼ਰੂਰ ਢੁਕਦੀ ਹੈ ਕਿ ਹੁਣ ਪਛਤਾਉਣ ਨਾਲ ਕੀ ਹੁੰਦਾ ਹੈ ਜਦੋਂ ਚਿੜੀਆਂ ਖੇਤ ਹੀ ਚੁਗ ਜਾਣ। ਜਦੋਂ ਲਖੀਮਪੁਰ ਖੀਰੀ ਕਤਲकांड ਹੋਇਆ ਸੀ, ਇੰਨਾ ਵੱਡਾ ਇੰਨਾ ਦਰਦਨਾਕ ਹਾਦਸਾ ਹੋਇਆ ਸੀ, ਉਸ ਵੇਲੇ ਕਿਸਾਨਾਂ ਨੇ ਢਿੱਲ ਕਿਉਂ ਦਿਖਾਈ ਸੀ? ਉਸ ਵੇਲੇ ਤਾਂ ਮੋਰਚਾ ਬੜੇ ਜੋਬਨ ਤੇ ਚੱਲ ਰਿਹਾ ਸੀ। ਉਦੋਂ ਲਖੀਮਪੁਰ ਖੀਰੀ ਦੇ ਵਿੱਚ ਮੋਰਚਾ ਕਿਉਂ ਨਹੀਂ ਕੱਢਿਆ ਗਿਆ? ਕਿਉਂ ਮੁਆਵਜ਼ਾ ਲਏ ਤੋਂ ਬਿਨਾਂ ਹੀ ਉੱਥੋਂ ਧਰਨਾ ਚੱਕ ਦਿੱਤਾ ਗਿਆ? ਕਿਸਾਨਾਂ ਦੇ ਜਿਹੜੇ ਉੱਥੇ ਹਾਦਸੇ ਦੇ ਵਿੱਚ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪੀੜਤ ਪਰਿਵਾਰ ਸੀ, ਉਹਨਾਂ ਨੇ ਐਲਾਨ ਕੀਤਾ ਸੀ ਕਿ ਅਸੀਂ ਅੰਤਿਮ ਸੰਸਕਾਰ ਨਹੀਂ ਕਰਾਂਗੇ ਜਦੋਂ ਤੱਕ ਮੁਆਵਜ਼ਾ ਨਹੀਂ ਮਿਲਦਾ। ਪਰ ਕਿਸਾਨ ਲੀਡਰ ਉੱਥੇ ਨਹੀਂ ਪਹੁੰਚੇ ਸੀ। ਕੁਝ ਰੋਕਾਂ ਦਾ ਜਿਹੜਾ ਤਰਕ ਦਿੱਤਾ ਗਿਆ ਸੀ। ਰਾਕੇਸ਼ ਟਿਕੈਤ ਜ਼ਰੂਰ ਪਹੁੰਚੇ ਸੀ, ਸਰਕਾਰ ਦੇ ਨਾਲ ਸਹਿਮਤੀ ਦਾ ਐਲਾਨ ਕਰ ਦਿੱਤਾ ਸੀ, ਪਰ ਹੁਣ ਦੁਬਾਰਾ ਕਈ ਮਹੀਨਿਆਂ ਬਾਅਦ ਮੋਰਚਾ ਲਾਉਣ ਦਾ ਐਲਾਨ ਕੀਤਾ। खैर किसान लीडर ने मजदूर जथेबंदियां का साथ देने का भी दावा किया है। कहा कि मजदूर जथेबंदियां 23 ते 24 फरवरी को पूरे देश में भुख हड़ताल कर रही ने ते इन्हां ने 13 महीने साडा सहयोग किया ते हुण असीं उन्हां दे हर सद्दे दा सहयोग करांगे। हुण वारी आउंदी है कि जिहड़ियां पंजाब दीयां 32 किसान जथेबंदियां दे विचों 22 जथेबंदियां ने सियासत विच आउण दा ऐलान किया सी, जिन्हां ने संयुक्त समाज मोर्चा बना लिया है, चोणां दे विच नितरे होए ने। उस बारे किसान मोर्चे ने की फैसला लिया है? उन्होंने कहा कि जिहड़ियां जथेबंदियां चोणां विच गईयां सी उन्हां नाल साडा कोई वाह वास्ता नहीं है। असीं उन्हां दे तालमेल दे विच नहीं रहांगे, ना ही ਉਹ संयुक्त किसान मोर्चे ਦੇ ਤਾਲਮੇਲ ਵਿੱਚ ਰਹਿਣਗੇ। 4 ਮਹੀਨਿਆਂ ਤੋਂ ਬਾਅਦ ਸਮੀਖਿਆ ਕਰਨਗੇ ਕਿ ਉਹਨਾਂ ਲੋਕਾਂ ਦੇ ਨਾਲ ਉਹਨਾਂ ਲੀਡਰਾਂ ਦੇ ਨਾਲ ਰਿਸ਼ਤਾ ਕਿਹੋ ਜਿਹਾ ਹੋਏਗਾ। ਫਿਲਹਾਲ ਉਹ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਨਹੀਂ ਰਹਿ ਸਕਦੇ। ਕਿਸਾਨ ਲੀਡਰਾਂ ਨੇ ਕਿਹਾ ਕਿ ਜਲਦਬਾਜ਼ੀ ਦਾ ਫੈਸਲਾ ਹੈ ਜਿਹਦੇ ਨਾਲ ਸੰਯੁਕਤ ਕਿਸਾਨ ਮੋਰਚਾ ਸਹਿਮਤ ਨਹੀਂ ਹੈ, ਯਾਨੀ ਕਿ ਵੋਟਾਂ ਦਾ ਫੈਸਲਾ। राकेश टिकैत ने फिर क्लीयर भी किया कि असीं उन्हां नूं सस्पेंड नहीं किया, ना ही किसी यूनियन नाल नाता तोड़िया, पर 4 महीने बाद समीक्षा करांगे। ते नाल ही किसान लीडरां ने सरकार नूं चेतावनी दित्ती है कि 31 जनवरी तक जे सरकार ने इन्हां मामलिਆਂ ते कोई कार्रवाई ना कीती तां 1 फरवरी तो मिशन उत्तर प्रदेश ते मिशन उत्तराखंड पूरे जोर शोर दे नाल शुरू होएगा। इन्हां दोनां सूबिਆਂ ਦੇ ਵਿੱਚ ਵੀ ਚੋਣਾਂ ਹੋ ਰਹੀਆਂ ਨੇ ਪੰਜਾਬ ਦੇ ਵਾਂਗੂ, ਪਰ ਪੰਜਾਬ ਦਾ इन्हां लीडरां ने नाम नहीं लिया। सो एक पासे ਸਿੰਘੂ ਬਾਰਡਰ ਤੇ ਕਜਾਰੀਆ ਟਾਇਲਸ ਤੇ संयुक्त किसान मोर्चे की मीटिंग चल रही सी, दूसरे पासे पंजाब ते हरियाणा के कुछ किसानां ने उत्थे इस मीटिंग का विरोध भी किया। अंदोलन भावें खत्म हो चुकिया, 11 दसंबर नूं सारे किसान उत्थों आने शुरू हो गए सी, पर उत्थे कुछ किसान अपनियां मंगां नूं लैके हाले भी ਸਿੰਘੂ बार्डर ते रुके हुए ने। बहुत घट गिणती है इन्हां दी भावें, पर उत्थे ये लगातार बैठे हुए ने कि MSP का जदों तक कानून नहीं बन जाता, अमली रूप च साडीआं मंगां पूरीआं नहीं हो जांदियां, असीं इत्थों उठ के नहीं जावांगे। किसान शमशेर सिंह ने इस विरोध ਨੂੰ ਅੰਦੋਲਨ ਦੱਸਿਆ ਤੇ ਕਿਹਾ ਕਿ MSP ਤੇ ਹੋਰ ਕਿਸਾਨੀ ਸਮੱਸਿਆਵਾਂ ਦਾ ਹਾਲੇ ਤੱਕ ਹੱਲ ਨਹੀਂ ਹੋਇਆ, ਨਾ ਹੀ ਪ੍ਰਧਾਨ ਮੰਤਰੀ ਨੇ ਲਿਖਤੀ ਕੁਝ ਭਰੋਸਾ ਦਿੱਤਾ ਹੈ। ਇਸ ਦੇ ਬਾਵਜੂਦ ਕਹਿੰਦੇ ਕਿਸਾਨ ਲੀਡਰ ਇਥੋਂ ਸੰਘਰਸ਼ ਖਤਮ ਕਰਕੇ ਚਲੇ ਗਏ। ਛੇਤੀ ਨਾਲ ਉਹਨਾਂ ਨੇ ਸੰਘਰਸ਼ ਮੋਰਚਾ ਨਿਪਟਾ ਦਿੱਤਾ ਤੇ ਹੁਣ ਸ਼ਹੀਦ ਕਿਸਾਨਾਂ ਤੇ ਸਿਆਸਤ ਕਰਨ ਲੱਗੇ ਨੇ। ਇਹਨਾਂ ਨੂੰ ਪੰਜਾਬ ਤੇ ਯੂਪੀ ਦੇ ਕਿਸਾਨ ਵੋਟਾਂ ਵਿੱਚ ਬਿਲਕੁਲ ਵੀ ਕਾਮਯਾਬ ਨਹੀਂ ਹੋਣ ਦੇਣਗੇ, ਯਾਨੀ ਕਿ ਕਿਸਾਨ ਲੀਡਰਾਂ ਦਾ ਵਿਰੋਧ ਕਰ ਰਹੇ ਸੀ। एक होर किसान ने चोणां लड़न वाले किसान लीडरां नूं कहा कि इन्हां ने सिर्फ अपनियां वोटां ही खराब करनियां ने, किसी भी कीमत ते इन्हां नूं कामयाबी नहीं मिल सकदी। नेताओं जवाब दो, जवाब दो, जवाब दो। 48,000 केस वापस हुए, जवाब दो, जवाब दो, जवाब दो। 716 किसानों की शहादत पे राजनीति बंद करो, बंद करो, बंद करो। 716 किसानों की शहादत पे राजनीति बंद करो, बंद करो, बंद करो। हम यहाँ आए थे कि हमारी लागत बचेगी, हमारी खेती बचेगी, MSP कानून पे बात होगी, लेकिन बड़ा धोखा हो गया। पंजाब के प्रायोजित 32 आड़ थी और एक हरियाणा का शाहबाद मंडी का आड़ थी गुरनाम चढ़ूनी, ये एक गैंग बन गया। इसने ना आंदोलन का विस्तार होने दिया, ना MSP कानून को इन्होंने आगे रखा। यानी कि मेरे जो 4th ऑर्डिनेंस जो मेरी जीवन चक्र के लिए ज़रूरी था
उसके लिए जो 3 कानूनों में जो प्रो फार्मर अमेंडमेंट होने थे वहाँ इन्होंने कमेटियाँ नहीं बनाई। जब मेरा MSP का मुद्दा आया तो इन्होंने अमित शाह के घर पे बैठ के इन्होंने कुछ दस्तावेजों पे साइन किए, इन्होंने खुद से चिट्ठियाँ जारी करवाई, खुद इन्होंने जश्न मनाए, खुद तालियां बजाई। यानी कि कहीं पे प्रधानमंत्री का एक ऑफिशियल स्टेटमेंट नहीं आया कि मैं MSP कानून बनाने जा रहा हूं। कहीं उनका एक बयान ये नहीं आया कि भाई मैं इस पे कोई बड़ा फैसला भी ले रहा हूं। यानी कि इनको आंदोलन निपटाने के लिए इन्होंने नूरा कुश्ती खेल ली, ये सड़कें खाली कराने में कामयाब हो गए, चुनाव के लिए परमिट लेके कामयाब हो गए। लेकिन मुद्दा आज भी जो सड़कों पे बैठे हैं इन लोगों के पास है। और जो SKM हमारा प्रतिनिधित्व करता था, हम SKM का प्रतिनिधित्व नहीं करते क्योंकि किसान के रिप्रेजेंटेटिव थे। लेकिन ये आढ़तियों के मिले, ये अमरिंदर सिंह के प्रायोजित मिले, ये आपके आम आदमी पार्टी के प्रायोजित मिले। अब भी जो मीटिंग कर रहे हैं वो SKM के बैनर को योगेंद्र यादव, कामरेड दर्शनपाल, ये सिर्फ इसके बैनर को यूज करेंगे, आगे इसको राजनीतिक मुद्दा बना के भविष्य में, यानी कि आंदोलन के मुद्दे को ये राजनीतिक प्रयोगशाला बना दिया इन्होंने। ਤੇ ਹੁਣ ਜ਼ਰੂਰੀ ਖਬਰ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਅਸੀਂ ਤੁਹਾਨੂੰ ਦੇ ਦਿੰਨੇ ਆ। ਇਲੈਕਸ਼ਨ ਕਮਿਸ਼ਨ ਨੇ ਜਿਸ ਦਿਨ ਚੋਣਾਂ ਦਾ ਐਲਾਨ ਕੀਤਾ ਸੀ, ਚੋਣ ਜ਼ਾਬਤਾ ਲੱਗ ਗਿਆ ਸੀ ਤੇ ਉਸ ਦਿਨ ਰੋਕ ਲਾ ਦਿੱਤੀ ਸੀ ਕਿ 15 ਜਨਵਰੀ ਤੱਕ ਸੂਬੇ ਦੇ ਵਿੱਚ ਕੋਈ ਰੈਲੀ ਵੱਡਾ ਇਕੱਠ ਨਹੀਂ ਹੋ ਸਕਦਾ, ਸਿਰਫ ਡੋਰ ਟੂ ਡੋਰ ਕੈਂਪੇਨਿੰਗ ਹੋ ਸਕਦੀ ਹੈ। ਉਹਦੇ ਵਿੱਚ ਵੀ 5 ਜਣੇ ਹੀ ਸ਼ਾਮਿਲ ਹੋ ਸਕਦੇ ਨੇ। ਜਿਨ੍ਹਾਂ ਪਾਰਟੀਆਂ ਨੇ ਉਲੰਘਣਾ ਕੀਤੀ ਉਹਨਾਂ ਨੂੰ ਨੋਟਿਸ ਵੀ ਜਾਰੀ ਕਰ ਦਿੱਤੇ ਗਏ ਤੇ 15 ਜਨਵਰੀ ਨੂੰ ਮੁੜ ਸਮੀਖਿਆ ਕਰਨੀ ਸੀ ਤੇ ਚੋਣ ਕਮਿਸ਼ਨ ਨੇ ਵੱਡਾ ਫੈਸਲਾ ਲੈਂਦਿਆਂ ਇਹ ਰੋਕ ਹੈ ਜਿਹੜੀ ਵੱਡੀਆਂ ਰੈਲੀਆਂ ਤੇ ਰੋਡ ਸ਼ੋਅ ਦੇ ਉੱਤੇ ਰੋਕ 22 जनवरी तक ਵਧਾ ਦਿੱਤੀ ਹੈ ਕੋਵਿਡ ਕਰਕੇ, ਕੋਵਿਡ ਦੇ ਵੱਧਦੇ ਕੇਸਾਂ ਦੇ ਕਰਕੇ। ਪਰ ਨਾਲ ਹੀ ਇੱਕ ਛੋਟ ਵੀ ਦੇ ਦਿੱਤੀ ਹੈ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਛੋਟ ਦਿੱਤੀ ਹੈ ਕਿ ਹੁਣ ਤੁਸੀਂ ਛੋਟੇ-ਛੋਟੇ ਇਕੱਠ ਨੇ ਜਿਹੜੇ ਉਹ ਕਰ ਸਕਦੇ ਹੋ। ਇਨਡੋਰ ਜਿਹੜੀਆਂ ਮੀਟਿੰਗਸ ਨੇ ਉਹ ਤੁਸੀਂ ਕਰ ਸਕਦੇ ਹੋ, ਪਰ 300 ਤੋਂ ਵੱਧ ਲੋਕ ਨਹੀਂ ਸ਼ਾਮਿਲ ਹੋ ਸਕਦੇ। ਅੰਦਰ ਜਿਹੜੇ ਹਾਲ ਦੇ ਵਿੱਚ ਇਕੱਠ ਨੇ ਉਹ ਹੁਣ ਪੋਲੀਟੀਕਲ ਪਾਰਟੀਆਂ ਕਰ ਸਕਦੀਆਂ ਨੇ ਅਤੇ ਹਾਲ ਦੇ ਵਿੱਚ ਜਿੰਨੀ ਕੈਪੈਸਿਟੀ ਹੈ, ਜੇ ਉੱਥੇ 300 ਜਣਾ ਬਹਿ ਸਕਦਾ ਹੈ ਤਾਂ ਉੱਥੇ 150 ਜਣਾ ਹੀ ਇਕੱਠਾ ਕੀਤਾ ਜਾ ਸਕਦਾ ਹੈ, ਇਸ ਤੋਂ ਵੱਧ ਨਹੀਂ ਕਰ ਸਕਦੇ। ਬਾਕੀ ਤੁਹਾਡੇ ਜ਼ਿਲ੍ਹੇ ਦੇ ਵਿੱਚ ਜੋ ਪ੍ਰਸ਼ਾਸਨ ਨੇ ਲਿਮਿਟ ਰੱਖੀ ਹੈ ਉਸ ਦੇ ਅੰਦਰ ਰਹਿ ਕੇ ਤੁਸੀਂ ਕਰਨਾ ਹੈ। ਨਾਲ ਹੀ ਸਖਤੀ ਦੇ ਨਾਲ ਹਦਾਇਤ ਕੀਤੀ ਹੈ ਕਿ ਕੋਵਿਡ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੀ ਜ਼ਰੂਰ ਪਾਲਣਾ ਕੀਤੀ ਜਾਵੇ। ਜਿਹੜੀਆਂ ਵੀ ਤੁਹਾਨੂੰ ਜ਼ਿਲ੍ਹੇ ਦੇ ਵਿੱਚ ਹਦਾਇਤਾਂ ਮਿਲੀਆਂ ਨੇ ਸਿਹਤ ਵਿਭਾਗ ਦੇ ਵੱਲੋਂ ਉਹਨਾਂ ਦੀ ਪਾਲਣਾ ਕੀਤੀ ਜਾਣੀ ਜ਼ਰੂਰੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਲਈ ਚਿੱਠੀ ਲਿਖੀ ਸੀ ਇਲੈਕਸ਼ਨ ਕਮਿਸ਼ਨ ਨੂੰ ਕਿ ਰੋਕ ਹੈ ਜਿਹੜੀ ਬਿਲਕੁਲ ਮੁਕੰਮਲ ਰੋਕ ਹੈ ਉਸ ਨੂੰ ਹਟਾਇਆ ਜਾਵੇ, ਵੱਡੀਆਂ ਰੈਲੀਆਂ ਨਾ ਕੀਤੀਆਂ ਜਾਣ। ਇਹਦੇ ਨਾਲ ਅਸੀਂ ਵੀ ਸਹਿਮਤ ਹਾਂ, ਪਰ ਛੋਟੇ-ਛੋਟੇ ਇਕੱਠ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਕਿਉਂਕਿ ਵਰਚੁਅਲੀ ਸਾਰੇ ਲੋਕਾਂ ਤੱਕ ਅਸੀਂ ਨਹੀਂ ਪਹੁੰਚ ਸਕਦੇ, ਸਾਰਿਆਂ ਕੋਲ ਇੰਟਰਨੈਟ ਦੀ ਸਹੂਲਤ ਨਹੀਂ ਹੁੰਦੀ ਤੇ ਇਸ ਕਰਕੇ ਹਰ ਕਿਸੇ ਤੱਕ ਪਹੁੰਚ ਹੈ ਜਿਹੜੀ ਉਹ ਪੋਸੀਬਲ ਨਹੀਂ ਹੈਗੀ। ਤੇ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਨੇ ਉਹ ਗੱਲ ਹੈ ਜਿਹੜੀ ਜ਼ਰੂਰ ਮੰਨ ਲਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਿਆਸੀ ਗੱਠਜੋੜ ਕਰਨ ਵਾਲੀ ਪਾਰਟੀ ਬਹੁਜਨ ਸਮਾਜ ਪਾਰਟੀ, ਉਸਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਗੜੀ, ਉਹਨਾਂ ਦੇ ਨਾਲ ਦਾ ਖਾਲਸ ਟੀਵੀ ਨੇ ਖਾਸ ਗੱਲਬਾਤ ਕੀਤੀ ਹੈ। ਪੂਰਾ ਇੰਟਰਵਿਊ ਤੁਸੀਂ ਦਾ ਖਾਲਸ ਟੀਵੀ ਤੇ ਦੇਖ ਸਕਦੇ ਹੋ। ਤੇ ਆਮ ਆਦਮੀ ਪਾਰਟੀ ਦੇ ਬਾਰੇ ਵੱਡੀ ਗੱਲ ਕਹੀ ਹੈ ਜਸਬੀਰ ਸਿੰਘ ਗੜੀ ਨੇ ਤੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਇਸ ਵਾਰੀ 7% ਵੋਟਾਂ ਵੀ ਪੰਜਾਬ ਦੇ ਵਿੱਚ ਨਹੀਂ ਮਿਲਣੀਆਂ। ਇਹਨਾਂ ਦਾ ਵੋਟ ਸ਼ੇਅਰ ਘਟਦਾ ਜਾ ਰਿਹਾ ਹੈ। ਕਹਿੰਦੇ ਮੇਰੇ ਤੋਂ ਲਿਖਵਾ ਕੇ ਲੈ ਲਓ ਕਿ ਇਹਨਾਂ ਨੂੰ 7% ਤੋਂ ਵੱਧ ਵੋਟਾਂ ਨਹੀਂ ਮਿਲਣੀਆਂ। ਕਾਂਗਰਸ ਨੂੰ ਵੀ ਚੈਲੰਜ ਕੀਤਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਮੌਜੂਦਾ ਮੁੱਖ ਮੰਤਰੀ ਨੇ ਉਹਨਾਂ ਨੂੰ ਤੁਸੀਂ CM ਚਿਹਰੇ ਦਾ ਕੈਂਡੀਡੇਟ ਕਿਉਂ ਨਹੀਂ ਐਲਾਨ ਰਹੇ ਤੇ ਦਾਅਵਾ ਕੀਤਾ ਹੈ ਕਿ ਅਸੀਂ ਸਾਰੀਆਂ ਜਿਹੜੀਆਂ ਸੀਟਾਂ ਨੇ ਉਹ ਜਿੱਤਾਂਗੇ। ਕਹਿੰਦੇ ਨੇ ਕਿ ਸਾਡੇ ਅਲਾਇੰਸ ਦੀ ਸਰਕਾਰ ਬਣੇਗੀ ਤੇ ਆਪਣੀਆਂ 20 ਸੀਟਾਂ ਜਿੱਤਣ ਦਾ ਉਹਨਾਂ ਨੇ ਦਾਅਵਾ ਕੀਤਾ ਹੈ। ਦੇਖੋ ਆਮ ਆਦਮੀ ਪਾਰਟੀ ਜਿੱਦਾਂ ਅਬਦਾਲੀ ਆਉਂਦਾ ਹੁੰਦਾ ਸੀਗਾ, 17 ਹਮਲੇ, 14 ਦਾ ਹਮਲਾ ਪੰਜਾਬ ਤੇ ਥੋੜਾ ਜਿਹਾ ਜਿੱਤ ਲਿਆ, 17 ਦਾ ਹਮਲਾ ਜਿੱਤ ਲਿਆ, 19 ਚ ਫਿਰ ਪੰਜਾਬੀਆਂ ਨੇ ਸੁਪੜਾ ਸਾਫ਼ ਕਰਤਾ। 19 ਦੇ ਵਿੱਚ ਇਹਨਾਂ ਨੂੰ 14 ਦੇ ਵਿੱਚ ਵੋਟ ਪਈ 22-24%, ਘਟ ਕੇ 17 ਦੇ ਵਿੱਚ ਰਹਿ ਗਈ 23%, 19 ਚ ਘਟ ਕੇ ਰਹਿ ਗਈ 7%। ਆ ਹੁਣ ਤਾਂ 7% ਬਚਾਉਣ ਦਾ ਇਹਨਾਂ ਦਾ ਰੌਲਾ ਆ। ਇਹ ਲਿਖ ਲਿਓ ਗੱਲ ਮੇਰੀ, 7% ਮਸੀਂ ਬਚਣੀ ਆ। ਬੁਰਾ ਹਾਲ ਹੋਏ, ਪਰ ਤਾਂ ਦਾਅਵਾ ਕਰ ਰਹੇ ਨੇ ਕਿ ਅਸੀਂ ਸਰਕਾਰ ਬਣਾਵਾਂਗੇ। ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰ ਤੇ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਾਇਆ ਹੈ, ਕਿਹਾ ਕਿ ਆਮ ਆਦਮੀ ਪਾਰਟੀ ਕਰੋੜਾਂ ਰੁਪਏ ਲੈ ਕੇ ਟਿਕਟਾਂ ਵੇਚ ਰਹੀ ਹੈ। ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਪੈਸੇ ਦੀ ਭੁੱਖ ਕਾਰਨ ਦਿੱਲੀ ਤੋਂ ਪੰਜਾਬ ਸਿਰਫ ਰਾਜ ਕਰਨ ਲਈ ਤੇ ਪੰਜਾਬ ਨੂੰ ਲੁੱਟਣ ਲਈ ਆਈ ਹੋਈ ਹੈ। ਜਿਹੜੇ ਲੋਕੀ ਆਪ ਦੀ ਟਿਕਟ ਖਰੀਦ ਕੇ ਬਿਕਾਊ ਮਾਲ ਜਿਹੜਾ ਆ ਕੇ ਬਣ ਜਾਊਗਾ, ਫਿਰ ਇਹ ਕੇਜਰੀਵਾਲ ਦਾ ਕੀ ਪੰਜਾਬ ਦੇ ਨਾਲ ਨਾਤਾ ਹੈ? ਮੈਂ ਨਹੀਂ ਕਹਿੰਦੀ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਹੀ ਇਕੱਲੇ ਸਭ ਤੋਂ ਵਧੀਆ ਹੈ, ਲੇਕਿਨ ਮੈਂ ਆ ਜ਼ਰੂਰ ਕਹਿੰਦੀ ਹਾਂ ਚੰਗੀ ਹੈ ਮਾੜੀ ਹੈ ਜਿਵੇਂ ਪੰਜਾਬ ਦੀ ਤੁਹਾਡੀ ਆਪਣੀ ਹੈ, 100 ਸਾਲ ਪੁਰਾਣੀ ਪਾਰਟੀ ਹੈ।
100 ਘਾਟ ਕਮੀਆਂ ਸਾਡੇ ਵਿੱਚ ਹੈਗੀਆਂ, ਲੇਕਿਨ ਆਪਣੇ ਆਪਣੇ ਹੁੰਦੇ ਨੇ। ਬੱਚੇ ਆਪਣੇ ਮਾੜੇ ਹੋਣ ਚੰਗੇ ਹੋਣ ਆਪਣੇ ਹੀ ਹੁੰਦੇ ਨੇ। ਬੱਚਿਆਂ ਦੀ ਘਾਟ ਕਮੀਆਂ ਦੇਖ ਕੇ ਨਾਰਾਜ਼ ਹੋ ਕੇ ਕਿਤੇ ਗਵਾਂਢੀ ਨੂੰ ਨਹੀਂ ਆਪਣੀ ਜਾਇਦਾਦ ਫੜਾ ਦਿੰਦੇ, ਆਪਦੇ ਬੱਚਿਆਂ ਨੂੰ ਸਮਝਾਉਂਦੇ ਆ ਤਾਂ ਸੰਭਾਲਦੇ ਆ। ਤੇ ਮੈਂ ਆਹੀ ਬੇਨਤੀ ਕਰਾਂਗੀ ਕਿ ਅਗਲੀ ਚੋਣ ਬਹੁਤ ਵੱਡੀ ਚੁਣੌਤੀ ਪੰਜਾਬ ਵਾਸੀਆਂ ਵਾਸਤੇ। 5 ਸਾਲ ਅਸੀਂ ਗਵਾ ਬੈਠੇ। ਉਧਰ ਕਿਸਾਨ ਜਥੇਬੰਦੀਆਂ ਨੇ ਵੀ ਪੂਰੀ ਤਿਆਰੀ ਜਿਹੜੀ ਵਿੱਢ ਰੱਖੀ ਹੈ। ਸੰਯੁਕਤ ਸਮਾਜ ਮੋਰਚਾ 16 ਜਨਵਰੀ ਨੂੰ ਲਿਸਟ ਦਾ ਐਲਾਨ ਕਰੇਗਾ। ਉਮੀਦਵਾਰਾਂ ਦੀ ਸੂਚੀ ਐਲਾਨ ਦਿੱਤੀ ਜਾਏਗੀ। ਸੰਯੁਕਤ ਸਮਾਜ ਮੋਰਚੇ ਦੇ ਜਿਹੜੇ ਸੀਨੀਅਰ ਲੀਡਰ ਬਲਵੀਰ ਸਿੰਘ ਰਾਜੇਵਾਲ ਨੇ ਭਾਵੇਂ 2-3 ਦਿਨ ਪਹਿਲਾਂ 10 ਜਣਿਆਂ ਦੀ ਸੂਚੀ ਦਾ ਐਲਾਨ ਕਰ ਦਿੱਤਾ ਸੀ, ਪਰ ਉਸ ਤੋਂ ਬਾਅਦ ਫਿਰ ਜਦੋਂ ਕਿਰਕਰੀ ਹੋਈ ਕਿ 14 ਜਨਵਰੀ ਤੱਕ ਤਾਂ ਤੁਸੀਂ ਨਾਮ ਮੰਗੇ ਸੀ, ਤਾਂ ਫਿਰ ਸੰਯੁਕਤ ਕਿਸਾਨ ਮੋਰਚੇ ਨੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਕਿ 14 ਜਨਵਰੀ ਆਖਰੀ ਤਰੀਕ ਸੀ ਅਰਜ਼ੀਆਂ ਦੇਣ ਦੀ, ਤੇ ਸਾਨੂੰ ਬਹੁਤ ਸਾਰੀਆਂ ਅਰਜ਼ੀਆਂ ਆਖਰੀ ਦਿਨ ਹੀ ਮਿਲੀਆਂ ਨੇ। ਵਿਚਾਰ ਕਰਨ 'ਚ ਥੋੜਾ ਟਾਈਮ ਲੱਗੂਗਾ ਤੇ ਹੁਣ 16 ਜਨਵਰੀ ਨੂੰ ਇਹ ਲਿਸਟ ਦਾ ਐਲਾਨ ਕਰਨਗੇ। ਸ਼੍ਰੀ ਚਮਕੌਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਚਰਨਜੀਤ ਸਿੰਘ ਨੇ ਕਾਂਗਰਸ ਦੇ ਉਮੀਦਵਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਇਲਜ਼ਾਮ ਲਾਇਆ। ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਓਮੀਕਰੋਨ ਵੇਰੀਐਂਟ ਦੇ ਚੱਲਦਿਆਂ ਰੈਲੀਆਂ ਇਕੱਠਾਂ ਤੇ ਰੋਕ ਲਾਈ ਗਈ ਹੈ, ਪਰ ਮੁੱਖ ਮੰਤਰੀ ਚੰਨੀ ਨੇ ਸੈਂਕੜੇ ਲੋਕਾਂ ਨੂੰ ਆਪਣੇ ਘਰ ਬੁਲਾ ਕੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ। ਬਾਵਜੂਦ ਇਸ ਦੇ ਚੋਣ ਕਮਿਸ਼ਨ ਨੇ ਚੰਨੀ ਤੇ ਕੋਈ ਕਾਰਵਾਈ ਨਹੀਂ ਕੀਤੀ। ਦਾਅਵਾ ਕੀਤਾ ਕਿ ਸਾਡੀ ਪਾਰਟੀ ਦੇ ਸਿਰਫ 5 ਬੰਦੇ ਹੀ ਚੋਣ ਪ੍ਰਚਾਰ ਕਰਦੇ ਨੇ ਤੇ ਚੋਣ ਕਮਿਸ਼ਨ ਨੂੰ ਜਿਹੜਾ ਹੈਗਾ ਨਿਰਪੱਖ ਕਾਰਵਾਈ ਹੈ ਉਹ ਕਰਨੀ ਚਾਹੀਦੀ ਹੈ। ਕਾਂਗਰਸ ਪਾਰਟੀ ਛੱਡਣ ਵਾਲੇ ਪੰਜਾਬ ਦੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਨੇ। 50 ਸਾਲ ਪੁਰਾਣਾ ਕਾਂਗਰਸ ਦੇ ਨਾਲ ਰਿਸ਼ਤਾ ਨਾਤਾ ਤੋੜ ਕੇ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਡਾ ਉਹਨਾਂ ਦੀ ਮੌਜੂਦਗੀ ਦੇ ਵਿੱਚ ਪਾਰਟੀ ਵਿੱਚ ਸ਼ਾਮਿਲ ਹੋ ਗਏ ਨੇ। ਪੰਜਾਬ ਦੇ ਵਿੱਚ ਕਈ ਦਹਾਕੇ ਪਹਿਲਾਂ ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਮੋਢੇ ਤੇ ਸਿਰ ਰੱਖ ਕੇ ਹੀ ਬੀਜੇਪੀ ਹੈ ਜਿਹੜੀ ਉਹ ਸੱਤਾ ਦਾ ਆਨੰਦ ਮਾਣਦੀ ਰਹੀ ਹੈ ਪੰਜਾਬ ਦੇ ਵਿੱਚ। ਪਰ ਇਸ ਵਾਰੀ ਪੰਜਾਬ ਦੀਆਂ ਕੁੱਲ 117 ਸੀਟਾਂ ਤੇ ਪਹਿਲੀ ਵਾਰੀ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਇੱਕ ਦੂਸਰੇ ਦੇ ਆਮੋ ਸਾਹਮਣੇ ਹੋ ਕੇ ਚੋਣ ਲੜ ਰਹੀਆਂ ਨੇ। ਬੀਜੇਪੀ ਦੇ ਸੀਨੀਅਰ ਲੀਡਰ ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੀਜੇਪੀ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਅਤੇ ਬਾਦਲ ਪਰਿਵਾਰ ਦੇ ਗੜ ਮੰਨੇ ਜਾਂਦੇ ਹਲਕਾ ਲੰਬੀ ਤੋਂ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਿਸ਼ਤਾ ਨਾਤਾ ਤੋੜਨ ਤੋਂ ਬਾਅਦ ਇਸ ਵਾਰੀ ਬੀਜੇਪੀ ਹੈ ਜਿਹੜੀ ਉਹ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਸੰਯੁਕਤ ਜਿਹੜੇ ਅਕਾਲੀ ਦਲ ਹੈ ਉਸ ਦੇ ਨਾਲ ਮਿਲ ਕੇ ਚੋਣਾਂ ਲੜ ਰਹੀ ਹੈ। ਵਰਚੁਅਲ ਰੈਲੀਆਂ 16 ਜਨਵਰੀ ਨੂੰ ਕੀਤੀਆਂ ਜਾਣਗੀਆਂ। ਅਮਿਤ ਸ਼ਾਹ ਬੀਜੇਪੀ ਦੇ 3 ਮੰਡਲਾਂ ਦੇ ਵਿੱਚ ਰੈਲੀਆਂ ਕਰਨਗੇ ਤੇ ਵਰਚੁਅਲ ਰੈਲੀ ਦੀਆਂ ਤਿਆਰੀਆਂ ਬੀਜੇਪੀ ਦੇ ਵੱਲੋਂ ਕਰ ਲਈਆਂ ਗਈਆਂ ਨੇ। ਤੇ ਇਸ ਵਾਰੀ ਰਾਸ਼ਟਰੀ ਸਵੈਮ ਸੇਵਕ ਸੰਘ ਯਾਨੀ ਕਿ RSS ਦੀ ਇਕਾਈ ਮੁਸਲਿਮ ਰਾਸ਼ਟਰੀ ਮੰਚ ਨੇ 5 ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਮੁਸਲਿਮ ਭਾਈਚਾਰੇ ਨੂੰ ਬੀਜੇਪੀ ਨੂੰ ਵੋਟ ਦੇਣ ਦੀ ਅਪੀਲ ਕੀਤੀ ਹੈ। ਮੁਸਲਿਮ ਰਾਸ਼ਟਰੀ ਮੰਚ ਨੇ ਕਿਹਾ ਹੈ ਕਿ ਬੀਜੇਪੀ ਸਰਕਾਰ ਦੇ ਵਿੱਚ ਮੁਸਲਮਾਨ ਸਭ ਤੋਂ ਵੱਧ ਸੁਰੱਖਿਅਤ ਤੇ ਖੁਸ਼ ਨੇ, ਜਦਕਿ ਸਪਾ ਤੇ ਕਾਂਗਰਸ ਦੇ ਵਿੱਚ ਉਹਨਾਂ ਨੂੰ ਸਿਰਫ ਵੋਟ ਬੈਂਕ ਦੇ ਰੂਪ 'ਚ ਹੀ ਦੇਖਿਆ ਜਾਂਦਾ ਹੈ। ਸੋ RSS ਦੀ ਜਿਹੜੀ ਇਕਾਈ ਹੈ ਉਸ ਨੇ 5 ਸੂਬਿਆਂ ਦੇ ਵਿੱਚ ਜਿਹੜੇ ਮੁਸਲਮਾਨ ਰਹਿੰਦੇ ਨੇ ਪੰਜਾਬ ਸਮੇਤ 5 ਸੂਬਿਆਂ ਦੇ ਵਿੱਚ ਉਹਨਾਂ ਨੂੰ ਬੀਜੇਪੀ ਨੂੰ ਵੋਟ ਦੇਣ ਦੀ ਅਪੀਲ ਕੀਤੀ ਹੈ। ਤੇ ਉਹਨਾਂ ਦਾ ਜਿਹੜਾ ਇਹ ਦਾਅਵਾ ਹੈ ਕਿ ਬੀਜੇਪੀ ਦੇ ਰਾਜ ਵਿੱਚ ਮੁਸਲਮਾਨ ਸਭ ਤੋਂ ਵੱਧ ਸੁਰੱਖਿਅਤ ਨੇ। ਭਾਰਤ ਵਿੱਚ ਇਹ ਦਾਅਵਾ ਕਿੰਨਾ ਕੁ ਸੱਚ ਹੈ ਤੇ ਕਿੰਨਾ ਕੁ ਹਵਾ ਦੇ ਵਿੱਚ ਹੈ ਇਹ ਹੁਣ ਤੁਸੀਂ ਖੁਦ ਨਿਰਣਾ ਕਰ ਸਕਦੇ ਹੋ। ਦਹਾਕਿਆਂ ਤੋਂ ਜੇਲ੍ਹ ਦੇ ਵਿੱਚ ਬੰਦ ਸਿੱਖ ਸਿਆਸੀ ਕੈਦੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀਆਂ ਸੰਭਾਵਨਾਵਾਂ ਨੂੰ ਉਦੋਂ ਸੱਟ ਵੱਜੀ ਜਦੋਂ ਇਹ ਗੱਲ ਸਾਹਮਣੇ ਆ ਗਈ ਹੈ ਕਿ ਦਿੱਲੀ ਸਰਕਾਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੇ ਸਜ਼ਾ ਸਮੀਖਿਆ ਬੋਰਡ ਦੇ ਵੱਲੋਂ ਦਸੰਬਰ 2020 ਦੇ ਵਿੱਚ ਹੀ ਇਸ ਪਟੀਸ਼ਨ ਨੂੰ ਰੱਦ ਕੀਤਾ ਜਾ ਚੁੱਕਿਆ ਹੈ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਆਪਣੀ ਬਣਦੀ ਸਜ਼ਾ ਪੂਰੀ ਕਰ ਚੁੱਕੇ ਨੇ, ਉਸ ਤੋਂ ਵੱਧ ਹੁਣ ਭੁਗਤ ਰਹੇ ਨੇ। ਕੇਂਦਰ ਸਰਕਾਰ ਦੇ ਵੱਲੋਂ ਤੇ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰਿਹਾਈ ਲਈ ਰਾਹ ਪੱਧਰਾ ਹੋਣ ਦੇ ਬਾਵਜੂਦ ਵੀ ਦਿੱਲੀ ਪ੍ਰਸ਼ਾਸਨ ਨੇ ਅੜਿੱਕਾ ਪਾ ਕੇ ਰਿਹਾਈ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ ਦਸੰਬਰ 2020 ਦੇ ਵਿੱਚ। ਤੇ ਖੁਲਾਸਾ ਹੁਣ ਹੋਇਆ ਹੈ ਤੇ ਖੁਲਾਸਾ ਹੋਣ ਤੋਂ ਬਾਅਦ ਜ਼ਿਆਦਾਤਰ ਸਿੱਖ ਭਾਈਚਾਰੇ ਦਾ ਰੋਹ ਹੈ ਜਿਹੜਾ ਅਰਵਿੰਦ ਕੇਜਰੀਵਾਲ ਸਰਕਾਰ ਦੇ ਲਈ ਭੜਕ ਉੱਠਿਆ ਹੈ। ਕਈ ਸਿੱਖ ਨੌਜਵਾਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੇ ਬਾਈਕਾਟ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਨੇ ਤੇ ਇਹ ਜਿਹੜੀ ਚਿੱਠੀ ਨਸ਼ਰ ਹੋਈ ਹੈ ਖੁਲਾਸੇ ਵਾਲੀ ਕਿ ਰਿਹਾਈ ਜਿਹੜੀ ਹੈ ਉਹ ਰੱਦ ਕਰ ਦਿੱਤੀ ਗਈ ਹੈ, ਉਸ ਨੂੰ ਵੀ ਸੋਸ਼ਲ ਮੀਡੀਆ ਤੇ ਵੱਡੇ ਪੱਧਰ ਤੇ ਪ੍ਰਚਾਰਿਆ ਜਾ ਰਿਹਾ ਹੈ। ਤੇ ਜਿਹੜੇ ਕਈ ਸਿੱਖ ਨੌਜਵਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਹਰ ਘਰ ਦੇ ਵਿੱਚ ਪੰਜਾਬ ਦੇ ਹਰ ਘਰ ਦੇ ਵਿੱਚ ਚਿੱਠੀ ਹੈ ਜਿਹੜੀ ਉਹ ਵੰਡੀ ਜਾਊਗੀ, ਪੂਰੇ ਪੰਜਾਬ ਦੇ ਵਿੱਚ ਚਿੱਠੀ ਨੂੰ ਚਿਪਕਾਇਆ ਜਾਵੇਗਾ।
ਤੇ ਨਾਲ ਹੀ ਉਹ ਚਿੱਠੀ ਵੀ ਨਿਕਲ ਆਈ ਹੈ ਜਿਸ ਦੇ ਵਿੱਚ ਕੇਂਦਰ ਸਰਕਾਰ ਨੇ ਦਿੱਲੀ ਸਰਕਾਰ ਨੂੰ ਰਿਕਮੈਂਡੇਸ਼ਨ ਭੇਜੀ ਸੀ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਉੱਤੇ ਤੁਸੀਂ ਫੈਸਲਾ ਲਵੋ। 3 ਸਾਲਾਂ ਤੋਂ ਕੇਂਦਰ ਸਰਕਾਰ ਦੇ ਵੱਲੋਂ ਫੌਜ ਦੀ ਪ੍ਰੀਖਿਆ ਨਾ ਹੋਣ ਤੋਂ ਅੱਕੇ ਪਰੇਸ਼ਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਨੌਜਵਾਨਾਂ ਨੇ ਆਰਮੀ ਦੇ ਸਾਬਕਾ ਹੌਲਦਾਰ ਕੁਲਦੀਪ ਸਿੰਘ ਰੇਤਗੜ੍ਹ ਦੀ ਅਗਵਾਈ ਦੇ ਵਿੱਚ ਬਠਿੰਡਾ ਚੰਡੀਗੜ੍ਹ ਕੌਮੀ ਸ਼ਾਹਰਾਹ ਜਾਮ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਜ਼ਰੂਰ ਕਰਨਾ ਪਿਆ, ਪਰ ਇਹ ਕਹਿੰਦੇ ਨੇ ਕਿ ਅਸੀਂ ਜਿਹੜਾ 3 ਸਾਲ ਤੋਂ ਸੰਤਾਪ ਭੋਗ ਰਹੇ ਹਾਂ ਉਹ ਕਿਹਦੇ ਲੇਖੇ। ਤੇ ਜਾਮ ਲੱਗਣ ਕਾਰਨ ਇੱਥੇ ਸੜਕਾਂ ਤੇ ਵੱਡੀਆਂ ਜਿਹੜੀਆਂ ਲਾਈਨਾਂ ਨੇ ਉਹ ਵਾਹਨਾਂ ਦੀਆਂ ਲੱਗ ਗਈਆਂ ਸੀ ਤੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਸਾਡਾ ਮਸਲਾ ਹੱਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਹ ਪ੍ਰਦਰਸ਼ਨ ਚੱਲਦਾ ਰਹੇਗਾ। ਭਾਰਤ ਦੇ ਵਿੱਚ ਗਣਤੰਤਰ ਦਿਹਾੜੇ ਨੂੰ ਲੈ ਕੇ ਹਰ ਸਾਲ ਪ੍ਰੋਗਰਾਮ ਨੇ ਜਿਹੜੇ ਉਹ 24 ਦੀ ਬਜਾਏ ਹੁਣ 23 ਜਨਵਰੀ ਨੂੰ ਸ਼ੁਰੂ ਹੋ ਜਾਇਆ ਕਰਨਗੇ ਤਾਂ ਜੋ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਨੂੰ ਸ਼ਾਮਿਲ ਕੀਤਾ ਜਾ ਸਕੇ। 14 ਅਗਸਤ ਨੂੰ ਵੰਡ ਯਾਦ ਦਿਵਸ ਮਨਾਇਆ ਜਾਵੇਗਾ। 31 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸ ਜਿਹੜਾ ਕਿ ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਦਿਨ ਹੁੰਦਾ ਹੈ। 15 ਨਵੰਬਰ ਨੂੰ ਆਦੀਵਾਸੀ ਦਿਵਸ ਬਿਰਸਾ ਮੁੰਡਾ ਜਯੰਤੀ। 26 ਨਵੰਬਰ ਨੂੰ ਸੰਵਿਧਾਨ ਦਿਵਸ ਸ਼ਾਮਿਲ ਨੇ ਤੇ 26 ਨਵੰਬਰ ਨੂੰ ਵੀਰ ਬਾਲ ਦਿਵਸ ਦੇ ਵਜੋਂ ਵੀ ਐਲਾਨਿਆ ਗਿਆ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਵਿੱਚ ਇਹ ਦਿਵਸ ਐਲਾਨਿਆ ਗਿਆ। ਹਾਲਾਂਕਿ ਸਿੱਖਾਂ ਨੂੰ ਵੱਡੀ ਗਿਣਤੀ ਵਿੱਚ ਇਹ ਪ੍ਰਵਾਨ ਨਹੀਂ ਹੈ। SGPC ਸਮੇਤ ਸ਼੍ਰੀ ਅਕਾਲ ਤਖਤ ਸਾਹਿਬ ਨੇ ਵੀ ਕੇਂਦਰ ਸਰਕਾਰ ਨੂੰ ਸੁਨੇਹਾ ਭੇਜਿਆ ਕਿ ਇਹਦਾ ਨਾਮ ਹੈ ਜਿਹੜਾ ਉਹ ਬਦਲ ਦਿੱਤਾ ਜਾਵੇ, ਸਾਡੇ ਨਾਲ ਸਲਾਹ ਕੀਤੀ ਜਾਵੇ। ਇਸ ਵਾਰੀ ਕੋਵਿਡ ਦੇ ਮੱਦੇਨਜ਼ਰ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਪਰੇਡ ਵਿੱਚ 24,000 ਲੋਕਾਂ ਨੂੰ ਸ਼ਾਮਿਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ, ਜਿਹੜਾ ਕਿ ਪਹਿਲਾਂ 2020 ਦੇ ਵਿੱਚ 1,25,000 ਲੋਕਾਂ ਨੂੰ ਪਰੇਡ ਦੇ ਵਿੱਚ ਹਾਜ਼ਰ ਹੋਣ ਦੀ ਇਜਾਜ਼ਤ ਦਿੱਤੀ ਜਾਂਦੀ ਹੁੰਦੀ ਸੀ, ਪਰ ਕੋਵਿਡ ਕਰਕੇ 24,000 ਲੋਕ ਹੀ ਸ਼ਾਮਿਲ ਹੋ ਸਕਣਗੇ। ਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਕਿਸੇ ਵਿਦੇਸ਼ੀ ਮਹਿਮਾਨ ਨੂੰ ਇਸ ਪਰੇਡ ਦੇ ਵਿੱਚ ਸ਼ਾਮਿਲ ਹੋਣ ਦਾ ਸੱਦਾ ਨਹੀਂ ਦਿੱਤਾ ਜਾਏਗਾ। WHO ਨੇ ਸ਼ੁੱਕਰਵਾਰ ਨੂੰ ਕੋਵਿਡ ਦੇ ਲਈ 2 ਨਵੀਆਂ ਦਵਾਈਆਂ ਦੀ ਸਿਫਾਰਿਸ਼ ਵੀ ਕਰ ਦਿੱਤੀ ਹੈ। ਇਹ ਦਵਾਈਆਂ ਕਿਸ ਹੱਦ ਤੱਕ ਜਾਨ ਬਚਾ ਸਕਦੀਆਂ ਨੇ ਇਹ ਤਾਂ ਕੁਝ ਨਹੀਂ ਕਿਹਾ ਜਾ ਸਕਦਾ, ਪਰ ਪਹਿਲੀ ਦਵਾਈ ਬੈਰੀਸਿਟਨਿਬ ਹੈ ਜੋ ਕਿ ਗੰਭੀਰ ਕੋਵਿਡ ਵਾਲੇ ਮਰੀਜ਼ਾਂ ਦੇ ਲਈ ਇਸਤੇਮਾਲ ਕੀਤੀ ਜਾ ਸਕਦੀ ਹੈ। ਦੂਸਰੀ ਦਵਾਈ ਜਿਹੜੀ ਦੱਸੀ ਗਈ ਹੈ ਉਹ ਹੈ ਸੋਟਰੋਵਿਮੈਬ। WHO ਦੇ ਮੁਤਾਬਿਕ ਹਲਕੇ ਜਾਂ ਦਰਮਿਆਨੇ ਲੱਛਣਾਂ ਵਾਲੇ ਮਰੀਜ਼ ਜਿਹੜੇ ਕਿ ਹਸਪਤਾਲ ਦੇ ਵਿੱਚ ਦਾਖਲ ਹੋਣ ਦੀ ਉੱਚ ਜੋਖਮ ਸਥਿਤੀ ਦੇ ਵਿੱਚ ਹੋਣ ਉਹਨਾਂ ਦੇ ਲਈ ਇਸ ਦਵਾਈ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ, ਪਰ ਅਸੀਂ ਤੁਹਾਨੂੰ ਜ਼ਰੂਰ ਅਪੀਲ ਕਰਾਂਗੇ ਕਿ ਡਾਕਟਰ ਦੀ ਸਲਾਹ ਤੋਂ ਬਿਨਾਂ ਇਹ ਦਵਾਈਆਂ ਨਾ ਲਈਆਂ ਜਾਣ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ 15 ਤੋਂ 18 ਸਾਲ ਦੇ ਬੱਚਿਆਂ ਨੂੰ ਟੀਕਾਕਰਨ ਤੋਂ ਬਾਅਦ ਹੀ ਸਕੂਲ ਵਿੱਚ ਐਂਟਰੀ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਜਦੋਂ ਮੁੜ ਸਕੂਲ ਖੁੱਲਣਗੇ, ਹਾਲੇ ਤਾਂ ਬੰਦ ਨੇ, ਤਾਂ ਉਦੋਂ 15 ਤੋਂ 18 ਸਾਲ ਦੇ ਬੱਚਿਆਂ ਦੇ ਟੀਕਾ ਲੱਗਿਆ ਹੋਣਾ ਚਾਹੀਦਾ ਹੈ। ਇਹ ਫਰਮਾਨ ਜਾਰੀ ਕਰ ਦਿੱਤਾ ਗਿਆ ਤੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ। ਭਾਰਤ ਦੇ ਸੜਕੀ ਆਵਾਜਾਈ ਮੰਤਰਾਲੇ ਨੇ ਇਸ ਸਾਲ ਅਕਤੂਬਰ ਤੋਂ 8 ਸੀਟਾਂ ਵਾਲੀਆਂ ਸਾਰੀਆਂ ਕਾਰਾਂ ਦੇ ਵਿੱਚ 6 에ਅਰਬੈਗ ਲਾਜ਼ਮੀ ਲਾਉਣ ਦਾ ਪ੍ਰਸਤਾਵ ਦਿੱਤਾ ਹੈ। ਇਸ ਸਾਲ ਅਕਤੂਬਰ ਤੋਂ ਯਾਨੀ ਕਿ ਅਕਤੂਬਰ 2022 ਤੋਂ 8 ਸੀਟਰ ਕਾਰਾਂ ਦੇ ਵਿੱਚ 6 에ਅਰਬੈਗ ਲਾਜ਼ਮੀ ਹੋਣਗੇ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਹੈ ਕਿ ਅੱਗੇ ਅਤੇ ਪਿਛਲੇ ਦੋਨੇ ਕੰਪਾਰਟਮੈਂਟਾਂ ਦੇ ਵਿੱਚ ਬੈਠੇ ਯਾਤਰੀਆਂ ਦੇ ਲਈ ਅੱਗੇ ਤੇ ਪਾਸੇ ਦੀ ਟੱਕਰ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਲਈ ਫੈਸਲਾ ਕੀਤਾ ਗਿਆ ਹੈ ਕਿ M1 ਦੇ ਦੀਵਾਨ ਸ਼੍ਰੇਣੀ ਵਿੱਚ 4 ਵਾਧੂ 에ਅਰਬੈਗ ਲਾਜ਼ਮੀ ਕੀਤੇ ਜਾਣ। 2 ਸਾਈਡ ਟੋਰਸੋ 에ਅਰਬੈਗਸ ਤੇ 2 ਸਾਈਡ ਕਰਟਨ ਟਿਊਬ 에ਅਰਬੈਗ ਜਿਹੜੇ ਕਿ ਸਾਰੇ ਆਊਟਬੋਰਡ ਯਾਤਰੀਆਂ ਨੂੰ ਸੁਰੱਖਿਆ ਦਿੰਦੇ ਨੇ ਤੇ ਜ਼ਰੂਰੀ ਹੈ। ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਆਪਣੇ ਵੱਖ-ਵੱਖ ਮਾਡਲਾਂ ਦੀਆਂ ਕਾਰਾਂ ਦੇ ਵਿੱਚ 4.3% ਤੱਕ ਦਾ ਵਾਧਾ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਉਤਪਾਦਨ ਲਾਗਤ ਵਿੱਚ ਵਾਧੇ ਦੇ ਬੋਝ ਨੂੰ ਘੱਟ ਕਰਨ ਦੇ ਲਈ ਅਸੀਂ ਇਹ ਕਦਮ ਚੁੱਕਿਆ ਹੈ। ਕੰਪਨੀ ਨੇ ਆਪਣੇ ਵੱਖ-ਵੱਖ ਮਾਡਲ ਦੀਆਂ ਜਿਹੜੀਆਂ ਕਾਰਾਂ ਨੇ, ਜਿਹੜੇ ਵਾਹਨ ਨੇ, ਉਹਨਾਂ ਦੀਆਂ ਕੀਮਤਾਂ ਵਿੱਚ 0.1% ਤੋਂ ਲੈ ਕੇ 4.3% ਤੱਕ ਦਾ ਵਾਧਾ ਕਰ ਦਿੱਤਾ ਹੈ। 8 ਦਸੰਬਰ 2021 ਦੇ ਵਿੱਚ ਤਾਮਿਲਨਾਡੂ ਦੇ ਵਿੱਚ ਵਾਪਰੇ ਜਹਾਜ਼ ਹਾਦਸੇ ਦੇ ਵਿੱਚ ਭਾਰਤੀ ਹਵਾਈ ਫੌਜ ਨੇ ਵੱਡਾ ਦਾਅਵਾ ਕੀਤਾ ਹੈ। ਫੌਜ ਨੇ ਕਿਹਾ ਕਿ ਜਿਸ ਹੈਲੀਕਾਪਟਰ ਹਾਦਸੇ ਦੇ ਵਿੱਚ ਜਨਰਲ ਬਿਪਿਨ ਰਾਵਤ ਦੀ ਮੌਤ ਹੋ ਗਈ ਸੀ ਉਸ ਵਿੱਚ ਕੋਈ ਸਾਜ਼ਿਸ਼ ਜਾਂ ਲਾਪਰਵਾਹੀ ਨਹੀਂ ਸੀ। ਭਾਰਤੀ ਹਵਾਈ ਫੌਜ ਨੇ ਕਿਹਾ ਕਿ ਟਰਾਈ ਸਰਵਿਸਿਜ਼ ਕੋਰਟ ਆਫ ਇਨਕੁਆਇਰੀ ਅਨੁਸਾਰ ਇਹ ਹਾਦਸਾ ਕਿਸੇ ਮਸ਼ੀਨੀ ਖਰਾਬੀ, ਸਾਜ਼ਿਸ਼ ਜਾਂ ਲਾਪਰਵਾਹੀ ਕਾਰਨ ਨਹੀਂ ਵਾਪਰਿਆ। ਉਹਨਾਂ ਕਿਹਾ ਕਿ ਘਾਟੀ ਵਿੱਚ ਅਚਾਨਕ ਹੋਏ ਮੌਸਮੀ ਬਦਲਾਅ ਦੇ ਕਾਰਨ ਹੈਲੀਕਾਪਟਰ ਬੱਦਲਾਂ ਦੇ ਵਿੱਚ ਵੜ ਗਿਆ ਸੀ, ਜਿਸ ਨਾਲ ਪਾਇਲਟ ਭਟਕ ਗਿਆ ਤੇ ਹਾਦਸਾ ਵਾਪਰ ਗਿਆ। ਆਪਣੇ ਨਤੀਜਿਆਂ ਦੇ ਆਧਾਰ ਦੇ ਉੱਤੇ ਕੋਰਟ ਆਫ ਇਨਕੁਆਇਰੀ ਨੇ ਕੁਝ ਸਿਫਾਰਿਸ਼ਾਂ ਕੀਤੀਆਂ ਨੇ ਜਿਨ੍ਹਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਭਾਰਤੀ ਹਵਾਈ ਫੌਜ ਦੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਜਾਂਚ ਟੀਮ ਨੇ ਫਲਾਈਟ ਡੇਟਾ ਰਿਕਾਰਡਰ ਅਤੇ ਕਾਕਪਿਟ ਵਾਇਸ ਰਿਕਾਰਡਰ ਦਾ ਵਿਸ਼ਲੇਸ਼ਣ ਕਰਨ ਦੇ ਨਾਲ-ਨਾਲ ਚਸ਼ਮਦੀਦਾਂ ਤੋਂ ਵੀ ਪੁੱਛ ਪੜਤਾਲ ਕੀਤੀ ਹੈ।
ਲੰਘੀ 8 ਦਸੰਬਰ 2021 ਨੂੰ ਹਾਦਸਾ ਵਾਪਰਿਆ ਸੀ, ਜਿਸ ਦੇ ਵਿੱਚ ਜਨਰਲ ਵਿਪਿਨ ਰਾਵਤ, ਉਹਨਾਂ ਦੀ ਪਤਨੀ ਸਮੇਤ 13 ਲੋਕਾਂ ਦੀ ਮੌਤ ਹੋ ਗਈ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੂਰੀ ਦੁਨੀਆ ਨੂੰ ਚੇਤਾਵਨੀ ਦਿੱਤੀ ਹੈ, ਜਿੱਥੇ ਵੀ ਗੁਰਬਾਣੀ ਦਾ ਨਿਰਾਦਰ ਹੁੰਦਾ ਹੈ ਬਰਦਾਸ਼ਤ ਨਹੀਂ ਕੀਤਾ ਜਾਏਗਾ। ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ ਸੀ। ਗੰਗਾਨਗਰ ਦੇ ਨਾਲ ਸੰਬੰਧ ਰੱਖਦੇ ਸਵਾਮੀ ਬ੍ਰਹਮਦੇਵ ਨਾਮ ਦੇ ਇੱਕ ਵਿਅਕਤੀ ਨੇ ਸੋਸ਼ਲ ਮੀਡੀਆ ਤੇ ਗੁਰਬਾਣੀ ਦੀਆਂ ਪਾਵਨ ਤੁਕਾਂ ਦੇ ਨਾਲ ਛੇੜਛਾੜ ਕਰਦਿਆਂ ਕੁਝ ਸ਼ਬਦ ਬਦਲਣ ਅਤੇ ਗੁਰੂ ਸਾਹਿਬ ਦੀ ਥਾਂ ਆਪਣਾ ਨਾਮ ਵਰਤਣ ਦੀ ਜਿਹੜੀ ਹਰਕਤ ਹੈ ਉਹ ਕੀਤੀ ਸੀ। ਉਸ ਤੋਂ ਬਾਅਦ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖਤ ਨਿੰਦਿਆ ਕਰਦਿਆਂ ਇਸ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਕਿਹਾ ਕਿ ਗੁਰਬਾਣੀ ਦਾ ਨਿਰਾਦਰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੇ ਨਾ ਹੀ ਕਿਸੇ ਦੇ ਕੋਲ ਕਿਸੇ ਨੂੰ ਗੁਰਬਾਣੀ ਨਾਲ ਛੇੜਛਾੜ ਕਰਨ ਦਾ ਹੱਕ ਹੈ। ਜਿਹੜਾ ਸਵਾਮੀ ਬ੍ਰਹਮਦੇਵ ਆਪਣੇ ਆਪ ਨੂੰ ਕਹਾਉਂਦਾ ਬੰਦਾ, ਉਸਨੇ ਫੇਸਬੁੱਕ ਤੇ ਪੋਸਟ ਪਾ ਕੇ ਇਹ ਹਰਕਤ ਕੀਤੀ ਸੀ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਭੇਜ ਕੇ ਐਸਜੀਪੀਸੀ ਪ੍ਰਧਾਨ ਨੇ ਇਸ ਬੰਦੇ ਦੇ ਖਿਲਾਫ ਸਿੱਖ ਭਾਵਨਾਵਾਂ ਨੂੰ ਭੜਕਾਉਣ ਦਾ ਪਰਚਾ ਦਰਜ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਪਟਿਆਲਾ ਦੇ ਵਿੱਚ ਇੱਕ ਹਾਦਸਾ ਵਾਪਰਿਆ ਹੈ। ਠੰਡ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ। ਥਾਣਾ ਸਦਰ ਪਟਿਆਲਾ ਅਧੀਨ ਪਿੰਡ ਸੁਨਿਆਰ ਹੇੜੀ ਦੇ ਵਿੱਚ ਰਾਤ ਨੂੰ ਆਪਣੇ ਕਮਰੇ ਵਿੱਚ ਰੱਖੀ ਅੰਗੀਠੀ ਦੀ ਤਪਸ਼ ਦੇ ਵਿੱਚ ਜਦੋਂ ਦੋ ਜਣੇ ਸੌਂ ਰਹੇ ਸੀ, ਦੋਵੇਂ ਜਣੇ ਨੇਪਾਲ ਦੇ ਸੀ, ਤਾਂ ਸਵੇਰੇ ਉੱਠੇ ਹੀ ਨਹੀਂ। ਇਹਨਾਂ ਦੀ ਪਛਾਣ ਪੂਰਨ ਤੇ ਮਨੋਜ ਕੁਮਾਰ ਵਜੋਂ ਹੋਈ ਹੈ। ਅੰਗੀਠੀ ਨੇ ਮੰਨਿਆ ਜਾ ਰਿਹਾ ਹੈ ਕਿ ਦੋਵਾਂ ਜਣਿਆਂ ਦੀ ਜਾਨ ਲੈ ਲਈ ਹੈ। ਕਮਰਾ ਬਹੁਤ ਛੋਟਾ ਸੀ, ਰੋਸ਼ਨਦਾਨ ਵੀ ਨਹੀਂ ਸੀ। ਠੰਡ ਤੋਂ ਬਚਣ ਲਈ ਬਾਲੀ ਅੱਗ ਦੇ ਵਿੱਚੋਂ ਨਿਕਲੀ ਗੈਸ ਕਾਰਨ ਇਹਨਾਂ ਦੋਵਾਂ ਦੀ ਮੌਤ ਮੰਨੀ ਜਾ ਰਹੀ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।